कि विद्यार्थियों के फ्यूचर के नाल एडा वड्डा मजाक सरकार उस वेले करेगी जदों पूरी दुनिया इस महामारी की मार झल रही है, क्योंकि वो बच्चा उन्हों का गाहक आ, विद्यार्थी नहीं, क्योंकि ये इंडस्ट्री बन गई, ये माफिया बन गया, ये भले का खेतर नहीं रहा। तो जिहड़ा फिजिकल डिस्टेंस आ, ये सोशल डिस्टेंस की गल आ गलत तरीके नाल कीती जा रही है। फिजिकल डिस्टेंस आ, सोशली तो लोगों को इकट्ठे रहने की लोड़ आ, पर एजुकेशन जदों एक माफिया बन गई, जदों एजुकेशन माफिया हर तरीके की चालसाजी करके लोगों तो पैसे बटोरने चाहुंदा, ਇਹਦਾ मतलब कि ऑनलाइन एजुकेशन ਨੂੰ ਤੁਸੀਂ ਬਿਲਕੁਲ ਰੱਦ ਕਰ ਰਹੇ ਹੋ, नहीं होनी चाहिए ऑनलाइन एजुकेशन। विद्यार्थी जथेबंदियां वालों जे असीं इस गल का विरोध कर रहे हैं भी ऑनलाइन एग्जाम्स नहीं ले जा सकते, ये बहुत सॉलिड रीजन आ। ਇਹਦਾ मतलब दोवां चों एक चीज़ सरकार मान लवे, ਜਾਂ ਤਾਂ ਉਹ कह देन भी करोना है नहीं, कोविड-19 ਦਾ वायरस एग्जिस्ट नहीं करता, तो जे एग्जिस्ट करता तो फिर विद्यार्थियों की जान ਨੂੰ खतरे 'ਚ ਪਾਉਣ ਦਾ हक किहने दिता? ਤੇ ਲੜਿਆ ਕੌਣ ਕੋਵਿਡ-19 ਦੇ ਖਿਲਾਫ? ਉਹੀ ਡਾਕਟਰ ਸਾਡੇ ਦੇਸ਼ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਬੈਠੇ ਜਿਨ੍ਹਾਂ ਨੂੰ ਜਾਣਬੁੱਝ ਕੇ ਦੇਸ਼ ਦੀ ਸਰਕਾਰ ਨੇ ਬਦਨਾਮ ਕਰਨ ਦਾ ਕੰਮ ਕੀਤਾ। ਆਜ਼ਾਦ ਟੀਵੀ ਨਾਲ ਜੁੜੇ ਹੋਏ ਸਾਰੇ ਹੀ ਦਰਸ਼ਕਾਂ ਦਾ ਮੈਂ ਜੈਸਮੀਨ ਮੀਨੂ ਸਵਾਗਤ ਕਰਦੀ ਹਾਂ। ਕੋਰੋਨਾ ਸੰਕਟ ਦੇ ਦੌਰਾਨ ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਲੋਕਡਾਊਨ ਚੱਲ ਰਿਹਾ ਹੈ ਤੇ ਪੂਰੀ ਦੁਨੀਆ ਦਾ ਹਰ ਵਰਗ ਇਸ ਲੋਕਡਾਊਨ ਦੀ ਮਾਰ ਚੱਲ ਰਿਹਾ ਹੈ। ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖਿਆ ਦੀ ਗੱਲ ਕਰੀਏ ਤਾਂ ਸਿੱਖਿਆ ਮਨੁੱਖ ਦੀ ਇੱਕ ਬੁਨਿਆਦੀ ਜ਼ਰੂਰਤ ਹੈ, ਇੱਕ ਬੁਨਿਆਦੀ ਲੋੜ ਹੈ ਤੇ ਇਸ ਕਰੋਨਾ ਸੰਕਟ ਦੇ ਦੌਰਾਨ, ਇਸ ਪੂਰੇ ਸਮੇਂ ਦੇ ਦੌਰਾਨ ਸਿੱਖਿਆ ਤੇ ਵੀ ਬਹੁਤ ਮਾੜੇ ਅਸਰ ਦੇਖਣ ਨੂੰ ਮਿਲ ਰਹੇ ਨੇ। ਪੂਰੀ ਦੁਨੀਆ ਦੇ ਵਿੱਚ ਵਿਦਿਆਰਥੀ ਆਪਣੇ ਕਾਲਜਾਂ, ਸਕੂਲਾਂ, ਯੂਨੀਵਰਸਿਟੀਆਂ ਤੋਂ ਦੂਰ ਹੋ ਚੁੱਕੇ ਨੇ ਤੇ ਉਹਨਾਂ ਨੂੰ ਆਨਲਾਈਨ ਐਜੂਕੇਸ਼ਨ ਪ੍ਰੋਵਾਈਡ ਕਰਵਾਈ ਜਾ ਰਹੀ ਹੈ। ਆਨਲਾਈਨ ਐਜੂਕੇਸ਼ਨ ਬਾਰੇ ਪੂਰੀ ਦੁਨੀਆ ਦੇ ਵਿੱਚ ਬਹੁਤ ਬਹਿਸ ਚੱਲ ਰਹੀ ਹੈ, बहुत सवाल उठ रहे हैं ऑनलाइन एजुकेशन के, बहुत जोड़े विवाद उठ रहे हैं इस बारे। बहुत सारे लोग इस दे पक्ष में गल कर रहे हैं, बहुत सारे लोग इस दे माड़े सिट्टियां बारे गल कर रहे हैं। तो इस पूरे मुद्दे ते गलबात करन दे लई साडे नाल हाज़र ने ऑल इंडिया स्टूडेंट फैडरेशन के नैशनल जनरल सकत्तर विक्की महेसरी जी। स्वागत करते हैं जी तुहाडा। शुक्रिया जैसमीन मीनू जी। तो आज़ाद टीवी देख रहे सारे दर्शकों को भी ऑल इंडिया स्टूडेंट फैडरेशन वालों मैं सलाम करता। विक्की जी, जिवें कि मैं इंट्रो दे विच कहा कि पूरी दुनिया दे विच जिहड़ा संकट है ना अपने सारे दे सामने ही है। ऑनलाइन एजुकेशन का जिहड़ा मसला बहुत भख रहा है, बहुत सारे लोग ने जिहड़े सवाल उठा रहे हैं कि इस दे जिहड़े बुरे प्रभाव पै रहे हैं किद्दां, क्योंकि बहुत सारा हिस्सा जिहड़ा ऑनलाइन एजुकेशन लैण तो ही वांझा खड़ा दिखाई दे रहा है। तुहाडे इस बारे की पक्ष? जैसमीन जी, पिछले 5 महीनों च पूरी दुनिया को मौका मिलिया आपदी दुनिया जिहड़े च असीं रह रहे हैं ਉਹਦੇ ਹਾਲਾਤਾਂ ਤੋਂ ਜਾਣੂ ਹੋਣ ਦਾ, ਕਿਉਂਕਿ ਜਿਹੜੀ ਉਹ ਭੱਜਾ ਨੱਠ ਪਹਿਲਾਂ ਜ਼ਿੰਦਗੀ ਆਮ ਜ਼ਿੰਦਗੀ ਦੇ ਵਿੱਚ ਸੀ ਉਹ ਇੱਕਦਮ ਰੁਕ ਗਈ ਤੇ ਬਹੁਤ ਸਾਰੇ ਲੋਕਾਂ ਨੇ ਜਿਹੜੀ ਦੇਸ਼ ਦੀ ਅਸਲੀ ਤਸਵੀਰ ਤੇ ਦੁਨੀਆ ਦੀ ਅਸਲੀ ਤਸਵੀਰ ਆ ਜਿਹੜੀ ਉਹ 5 ਮਹੀਨੇ ਦੇਖੀ। ਆਪਾਂ ਵੀ ਦੇਖਿਆ ਵੀ ਸਾਡੇ ਦੇਸ਼ ਦੇ ਵਿੱਚ ਕਰੋੜਾਂ ਲੋਕ ਆ ਜਿਹੜੇ ਇੱਕ ਥਾਂ ਤੋਂ ਦੂਜੇ ਥਾਂ ਜਿਹੜੇ ਮਜ਼ਦੂਰ ਆਪਦੇ ਘਰਾਂ ਨੂੰ ਵਾਪਸ ਪਰਤੇ ਤੇ ਉਹਨਾਂ ਨੂੰ ਕਿਵੇਂ ਪੈਦਲ ਜਾ ਕੇ ਕਿੰਨੀਆਂ ਸਾਰੀਆਂ ਘਟਨਾਵਾਂ ਜਿਵੇਂ ਉਹਨਾਂ ਦੇ ਜ਼ਿਕਰ 'ਚ ਜਾਵਾਂ ਤੇ ਉਹ ਹੋਈਆਂ। ਇਹ ਇੱਥੋਂ ਹੀ ਸਮਝ ਲੱਗ ਜਾਂਦੀ ਹੈ ਕਿ ਆਨਲਾਈਨ ਐਜੂਕੇਸ਼ਨ ਆ ਜਿਹੜੀ, ਕਿਉਂਕਿ ਅਸੀਂ ਇੱਕ ਦੇਸ਼ ਦੇ ਵਿੱਚ ਰਹਿ ਰਹੇ ਹਾਂ ਤੇ ਉਸ ਦੇ ਦੇਸ਼ ਦੇ ਲੋਕਾਂ ਨੂੰ ਇਕੁਅਲੀ ਟਰੀਟ ਕਰਨ ਦੀ ਲੋੜ ਆ। ਬਹੁਤ ਵੱਡਾ ਹਿੱਸਾ ਉਹ ਆ ਜਿਨ੍ਹਾਂ ਦੇ ਲਈ ਸਰਕਾਰ ਜਦੋਂ ਬੱਸਾਂ ਦੀ ਵਿਵਸਥਾ ਨਹੀਂ ਕਰ ਸਕੀ, ਉਹਨਾਂ ਨੂੰ ਭਰੋਸੇ 'ਚ ਨਹੀਂ ਲੈ ਸਕੀ, ਖਾਣੇ ਪੀਣੇ ਦਾ ਪ੍ਰਬੰਧ ਨਹੀਂ ਕਰ ਸਕੀ, ਇਹ ਕਿੱਥੋਂ ਸਰਕਾਰ ਅੰਦਾਜ਼ਾ ਲਗਾ ਕੇ ਜਿਹੜਾ ਇਸ ਪੈਟਰਨ ਤੇ ਅੱਗੇ ਉਹਨਾਂ ਨੇ ਕੰਮ ਸ਼ੁਰੂ ਕਰਤਾ ਵੀ ਉਹਨਾਂ ਨੂੰ ਆਨਲਾਈਨ ਐਜੂਕੇਸ਼ਨ ਦਿੱਤੀ ਜਾ ਸਕਦੀ ਆ। ਸੋ ਇੱਥੋਂ ਹੀ ਪਤਾ ਲੱਗ ਜਾਂਦਾ ਕਿ ਇਹ ਦੇਸ਼ ਆ ਜਿਹੜਾ ਬੁਰੇ ਤਰੀਕੇ ਨਾਲ ਇਕਨੋਮਿਕ ਬੇਸ ਤੇ ਵੰਡਿਆ ਹੋਇਆ, ਜਿੱਥੇ ਕੁਝ ਲੋਕ ਆ ਜਿਹੜੇ ਜਿਨ੍ਹਾਂ ਕੋਲ ਇੰਨਾ ਜ਼ਿਆਦਾ ਪੈਸਾ ਇਕੱਠਾ ਹੋਇਆ, ਉੱਥੇ ਜਿਹੜੇ 99% ਤੋਂ ਵੱਧ ਲੋਕ ਉਹ ਆ ਜਿਨ੍ਹਾਂ ਨੂੰ ਰੋਜੀ ਰੋਟੀ ਦਾ ਜਿਹੜਾ ਸਵਾਲ ਆ ਉਹ ਸਤਾਉਂਦਾ। ਉਹ ਜਿਹੜੀ ਆਨਲਾਈਨ ਐਜੂਕੇਸ਼ਨ ਕਿਵੇਂ ਐਕਸੈਸ ਕਰ ਸਕਦੇ ਇੱਥੋਂ ਹੀ ਪਤਾ ਲੱਗ ਜਾਂਦਾ। ਇਸੇ ਕਰਕੇ ਇਹ ਪੂਰੇ ਦੇ ਪੂਰੀ ਜਿਹੜੀ ਵੰਡ ਆ ਕਿ ਇੱਕ ਪਾਸੇ ਤਾਂ ਸਾਨੂੰ ਲੱਗਦਾ ਕਿ ਕਿਤੇ ਆਨਲਾਈਨ ਐਜੂਕੇਸ਼ਨ ਆ ਜਿਹੜੀ ਉਹ ਲੋਕਾਂ ਦਾ ਭਲਾ ਕਰ ਰਹੀ ਆ, ਪਰ ਕਿੰਨੇ ਉਹ ਲੋਕ ਆ, ਲੱਖਾਂ ਵਿਦਿਆਰਥੀ ਉਹ ਜਿਹੜੇ ਯੂਨੀਵਰਸਿਟੀਆਂ 'ਚ ਜਦੋਂ ਪੜ੍ਹਦੇ ਸੀ ਤਾਂ ਮਤਲਬ ਐਜੂਕੇਸ਼ਨ ਲੈ ਪਾ ਰਹੇ ਸੀ, ਪਰ ਜਦੋਂ ਉਹਨਾਂ ਨੂੰ ਘਰਾਂ 'ਚ ਜਾ ਕੇ ਲੋਕਡਾਊਨ 'ਚ ਕੰਮ ਧੰਦੇ ਸਾਰੇ ਠੱਪ ਹੋ ਗਏ, ਆਪਦੇ ਮਾਂ-ਬਾਪ ਦੀ ਰੋਜੀ ਰੋਟੀ ਦਾ ਪ੍ਰਬੰਧ ਕਰਨਾ ਪੈ ਰਿਹਾ ਤੇ ਉਹ ਇਸ ਤੋਂ ਅੱਗੇ ਸੋਚ ਵੀ ਨਹੀਂ ਸਕਦੇ ਤੇ ਸਰਕਾਰ ਇਹ ਸੋਚੇ ਵੀ ਉਹਨਾਂ ਲਈ ਆਨਲਾਈਨ ਐਜੂਕੇਸ਼ਨ ਦਾ ਪ੍ਰਬੰਧ ਹੋ ਜੇ ਤੇ ਬੜੀ ਹਾਸੋਹੀਣੀ ਗੱਲ ਲੱਗਦੀ ਆ। ਕਿਉਂਕਿ ਇਸ ਦੇਸ਼ ਦੇ ਵਿੱਚ ਇੱਦਾਂ ਦੀਆਂ ਉਦਾਹਰਨਾਂ ਵੀ ਸਾਡੇ ਸਾਹਮਣੇ ਆ ਵੀ ਮੈਰੀ ਕੌਮ ਦਾ ਮੈਚ ਦੇਖਣ ਵਾਸਤੇ ਅਸਾਮ ਦੇ ਲੋਕਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਸੀ ਇੱਕ ਵਾਰ ਕਿ 8 ਮਿੰਟ ਦੇ ਲਈ, ਸਿਰਫ 8 ਮਿੰਟ ਦੇ ਲਈ ਬਿਜਲੀ ਦਾ ਕੱਟ ਨਹੀਂ ਲੱਗਣਾ ਚਾਹੀਦਾ।
ਜਿਸ ਦੇਸ਼ ਦੇ ਵਿੱਚ ਲੋਕਾਂ ਨੂੰ ਹਜੇ ਤੱਕ ਬਿਜਲੀ ਦੀ ਵਿਵਸਥਾ ਹੀ ਨਹੀਂ ਕੀਤੀ ਗਈ, ਜਿੱਥੋਂ ਦੇ ਲਗਭਗ ਆ ਜਿਹੜੇ 65% ਪਿੰਡ ਆ ਜਿਹੜੇ ਉੱਥੇ ਤੱਕ ਹੀ ਬਿਜਲੀ ਗਈ ਆ, ਬਾਕੀ ਦੇਸ਼ 'ਚ ਬਿਜਲੀ ਨਹੀਂ, ਤੇ ਉੱਥੇ ਇੰਟਰਨੈਟ, ਉੱਥੇ ਮੋਬਾਈਲ ਚਾਰਜਿੰਗ, ਇਹਨਾਂ ਸਾਰੀਆਂ ਗੱਲਾਂ ਤੋਂ ਬਿਨਾਂ ਆਨਲਾਈਨ ਐਜੂਕੇਸ਼ਨ ਕਿਵੇਂ ਦੇਖੀ ਜਾ ਸਕਦੀ ਆ। ਫਿਰ ਇੱਥੋਂ ਸਾਬਤ ਹੋ ਜਾਂਦਾ ਵੀ ਜੇ ਸਰਕਾਰ ਨੇ ਇਹ ਫੈਸਲਾ ਲੈ ਲਿਆ, ਇਹਦਾ ਮਤਲਬ ਵੀ ਵੱਡੇ ਹਿੱਸੇ ਨੂੰ ਸਰਕਾਰ ਐਜੂਕੇਸ਼ਨ ਤੋਂ ਬਾਹਰ ਕਰਨਾ ਚਾਹੁੰਦੀ। ਇਸੇ ਕਰਕੇ ਜਿਹੜਾ ਰੌਲਾ ਵਿਦਿਆਰਥੀਆਂ ਵੱਲੋਂ ਇਸ ਮੰਗ ਨੂੰ ਉਠਾਇਆ ਜਾ ਰਿਹਾ ਵੀ ਆਨਲਾਈਨ ਜਿਹੜੇ ਐਗਜ਼ਾਮ ਆ ਤੇ ਆਨਲਾਈਨ ਐਜੂਕੇਸ਼ਨ ਅੱਜ ਦੀ ਘੜੀ ਦੇ ਵਿੱਚ ਹਿੰਦੁਸਤਾਨ ਦੇ ਵਿਦਿਆਰਥੀਆਂ ਦੇ ਲਈ ਕੰਮ ਨਹੀਂ ਕਰ ਸਕਦੀ। ਪਰ ਜੇ ਆਪਾਂ ਇਹਦੇ ਬਾਰੇ ਗੱਲ ਕਰੀਏ ਕਿ ਲੋਕਡਾਊਨ ਦੇ ਦੌਰਾਨ ਜਿਵੇਂ ਸਟੂਡੈਂਟਸ ਆਪਣੀਆਂ ਯੂਨੀਵਰਸਿਟੀਆਂ ਜਾਂ ਆਪਣੇ ਵਿਦਿਅਕ ਅਦਾਰਿਆਂ ਤੋਂ ਦੂਰ ਹੋ ਗਏ, ਤਾਂ ਫਿਰ ਇਹਦਾ ਆਲਟਰਨੇਟਿਵ ਕੀ ਸੀ? ਜੇ ਆਨਲਾਈਨ ਐਜੂਕੇਸ਼ਨ ਨਾ ਪ੍ਰੋਵਾਈਡ ਕਰਵਾਈ ਜਾਂਦੀ ਜਾਂ ਇਹ ਸਾਹਮਣੇ ਨਾ ਲਿਆ ਜਾਂਦਾ ਕਿ ਆਨਲਾਈਨ ਉਹਨਾਂ ਨੂੰ ਐਜੂਕੇਸ਼ਨ ਦਿੱਤੀ ਜਾਊਗੀ, ਤਾਂ ਫਿਰ ਬੱਚੇ ਤਾਂ ਫਿਰ ਸਿੱਖਿਆ ਦੇ ਨਾਲੋਂ ਜਮਾਂ ਹੀ ਟੁੱਟ ਜਾਂਦੇ। ਫਿਰ ਇਹਦਾ ਆਲਟਰਨੇਟਿਵ ਕੀ ਹੈ? ਦੇਖੋ, ਸਿੱਖਿਆ ਦਾ ਜਿਹੜਾ ਲਗਾਤਾਰਤਾ ਉਹ ਜ਼ਰੂਰੀ ਆ, ਇਹ ਆਪਾਂ ਸਾਰੇ ਮੰਨਦੇ ਆ, ਪਰ ਉਹਦੇ ਲਈ ਇੱਕ ਪਾਲਿਸੀ ਵੀ ਦਿਖਣੀ ਚਾਹੀਦੀ ਆ ਜਿਹੜੀ ਕਿ ਨਹੀਂ ਦਿਖ ਰਹੀ। ਸਿੱਖਿਆ ਜਦੋਂ ਬੰਦਾ ਜਿਉਂ ਰਿਹਾ ਉਹਦੀ ਲੈ ਸਕਦਾ ਨਾ, ਜਦੋਂ ਹੁਣ ਵਿਦੇਸ਼ ਦੇ ਲੋਕਾਂ ਦੀ ਹਾਲਤ ਇਹ ਕਰ ਦਿੱਤੀ ਜਾਵੇ ਵੀ ਉਹਨਾਂ ਨੂੰ ਲੋਕਡਾਊਨ 'ਚ ਜਦੋਂ ਸਾਰਾ ਕੁਝ ਜਾਮ ਹੋ ਗਿਆ, ਠੱਪ ਹੋ ਗਿਆ, ਰੋਜੀ ਰੋਟੀ ਦਾ ਕੋਈ ਪ੍ਰਬੰਧ ਨਹੀਂ, ਕੰਮ ਧੰਦੇ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਏ, ਉਹਨਾਂ ਦੀ ਰੋਟੀ ਦਾ ਸਵਾਲ ਸਭ ਤੋਂ ਪਹਿਲਾਂ ਆਏਗਾ ਨਾ, ਤਾਂ ਕਿ ਉਹਨਾਂ ਨੂੰ ਕਿਵੇਂ ਜਿਹੜਾ ਜਿਉਂਦੇ ਰੱਖਿਆ ਜਾ ਸਕੇ। ਪਰ ਇਸ ਆੜ ਦੇ ਵਿੱਚ ਵੀ ਜਦੋਂ ਲੋਕਡਾਊਨ ਆ ਤੇ ਵੱਡੇ ਹਿੱਸੇ ਨੂੰ ਜਿਹੜੀ ਕਹਿ ਲਓ ਚਿੰਤਾ ਉਹ ਆਪਦੇ ਬੱਚਿਆਂ ਦਾ ਪੇਟ ਪਾਲਣ ਦੀ ਆ, ਜਾਂ ਬੱਚਿਆਂ ਨੂੰ ਇਹ ਚਿੰਤਾ ਵੀ ਘਰ ਕਿਵੇਂ ਚੱਲਦਾ ਰੱਖਣਾ, ਉਸ ਵੇਲੇ ਜੇ ਸਰਕਾਰ ਫੈਸਲਾ ਕਰਕੇ ਇਹ ਸੋਚ ਲਵੇ ਵੀ ਕੁਝ ਲੋਕ ਐਜੂਕੇਸ਼ਨ ਇਹ ਲੈ ਸਕਦੇ ਆ, ਉਹਨਾਂ ਦਾ ਬਹਾਨਾ ਬਣਾ ਕੇ ਬਾਕੀ ਸਾਰੇ ਲੋਕਾਂ ਨੂੰ ਬਾਹਰ ਕਰ ਦਿੱਤਾ ਜਾਵੇ, ਇਹ ਨਹੀਂ ਕੀਤਾ ਜਾ ਸਕਦਾ। ਫਿਰ ਜੋ ਤੁਸੀਂ ਕਹਿ ਰਹੇ ਹੋ ਤੇ ਇਹਦਾ ਮਤਲਬ ਕਿ ਆਨਲਾਈਨ ਐਜੂਕੇਸ਼ਨ ਨੂੰ ਤੁਸੀਂ ਬਿਲਕੁਲ ਰੱਦ ਕਰ ਰਹੇ ਹੋ? ਨਹੀਂ ਹੋਣੀ ਚਾਹੀਦੀ ਆਨਲਾਈਨ ਐਜੂਕੇਸ਼ਨ? ਬਿਲਕੁਲ ਨਹੀਂ। ਆਨਲਾਈਨ ਐਜੂਕੇਸ਼ਨ ਨੂੰ ਦੁਨੀਆ 'ਚ ਆਪਣੇ ਦੇਸ਼ 'ਚ ਕਿਤੇ ਵੀ ਰੱਦ ਨਹੀਂ ਕੀਤਾ ਜਾ ਸਕਦਾ। ਕਿਹੜਾ ਬੱਚਾ ਨਹੀਂ ਚਾਹੇਗਾ ਕਿ ਉਹਨੂੰ ਇੱਕ ਸਮਾਰਟ ਕਲਾਸ ਵਿੱਚ ਪੜ੍ਹਨ ਦਾ ਮੌਕਾ ਮਿਲੇ? ਕਿਹੜਾ ਬੱਚਾ ਨਹੀਂ ਚਾਹੇਗਾ ਕਿ ਉਹਨੂੰ ਹਿੰਦੁਸਤਾਨ 'ਚ ਬੈਠਿਆਂ ਕੋਈ ਅਮਰੀਕਾ ਦਾ ਜਾਂ ਕੋਈ ਰਸ਼ੀਆ ਦਾ ਜਾਂ ਕੋਈ ਚਾਈਨਾ ਦਾ ਜਾਂ ਕਿਸੇ ਵੀ ਹੋਰ ਦੇਸ਼ ਦਾ ਕੋਈ ਟੈਲੈਂਟਡ ਪ੍ਰੋਫੈਸਰ ਪੜ੍ਹਾਵੇ? ਹਰ ਕੋਈ ਸੁਪਨਾ ਦੇਖਦਾ ਇਸ ਗੱਲ ਦਾ। ਪਰ ਕੀ ਮੈਂ ਇਸ ਗੱਲ ਤੇ ਇਹ ਕਹਿਣਾ ਚਾਹੁੰਦਾ ਵੀ ਜਿਸ ਦੇਸ਼ ਦੇ ਵਿੱਚ ਇੰਨਾ ਬੁਰਾ ਹਾਲ ਐਜੂਕੇਸ਼ਨ ਦਾ ਕਰਤਾ ਵੀ ਸਕੂਲਾਂ ਦੀਆਂ ਛੱਤਾਂ ਡਿੱਗ ਰਹੀਆਂ ਹੋਣ, ਜਿੱਥੇ ਇੱਕ ਚੌਕ ਤੇ ਬਲੈਕ ਬੋਰਡ ਦਾ ਪ੍ਰਬੰਧ ਵੀ ਨਹੀਂ ਕੀਤਾ ਗਿਆ ਵਿਦਿਆਰਥੀਆਂ ਦੇ ਪੜ੍ਹਨ ਦੇ ਲਈ, ਉੱਥੇ ਆਨਲਾਈਨ ਐਜੂਕੇਸ਼ਨ ਤੁਸੀਂ ਇੱਕ ਮਤਲਬ ਇੰਟਰੋਡਿਊਸ ਕਰਵਾ ਕੇ ਇਹ ਨੀਤੀ ਦੀ ਗੱਲ ਆ ਕਿ ਉਹਨਾਂ ਨੂੰ ਬਾਹਰ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਆਨਲਾਈਨ ਐਜੂਕੇਸ਼ਨ ਆ ਜਿਹੜੀ 100% ਐਜੂਕੇਸ਼ਨ ਦਾ 2% ਹੋ ਸਕਦੀ ਆ, 5% ਹੋ ਸਕਦੀ ਆ, ਮਤਲਬ ਇੰਟਰਨੈਸ਼ਨਲ ਰਿਪੋਰਟਾਂ ਦੇ ਅਨੁਸਾਰ, ਪਰ ਇਹ ਕਲਾਸਰੂਮ ਕਲਚਰ ਨੂੰ 100% ਰਿਪਲੇਸ ਨਹੀਂ ਕਰ ਸਕਦੀ। ਸਰਕਾਰ ਦੀ ਜਿਹੜੀ ਇਹ ਨੀਤੀ ਆ ਕਿ ਆਨਲਾਈਨ ਐਜੂਕੇਸ਼ਨ ਦਾ ਬਹਾਨਾ ਬਣਾ ਕੇ ਬਾਅਦ 'ਚ ਉਹਨਾਂ ਨੂੰ ਇੰਟਰਨੈਟ ਨੂੰ ਕਿਸੇ ਵੀ ਵੇਲੇ ਬੰਦ ਕੀਤਾ ਜਾ ਸਕਦਾ, ਸਰਕਾਰ ਕਰਦੀ ਰਹੀ ਆ। ਜਿੱਥੇ ਕੋਈ ਮੂਵਮੈਂਟ ਖੜੀ ਹੁੰਦੀ ਆ ਉੱਥੇ ਇੰਟਰਨੈਟ ਬੰਦ ਕਰਨਾ ਉਹਨਾਂ ਦਾ 1 ਸੈਕਿੰਡ ਦਾ ਖੇਲ ਆ, ਕਿਉਂਕਿ ਸਵਿਚ ਔਨ ਤੇ ਆਫ ਦਾ ਸਰਕਾਰ ਦਾ ਇਹ ਕੰਮ ਹੁੰਦਾ। ਤੇ ਜੇ ਆਨਲਾਈਨ ਜਿਸ ਤਰੀਕੇ ਨਾਲ ਸਰਕਾਰ ਚੱਲ ਰਹੀ ਆ, ਫਿਰ ਇੱਕ ਦਿਨ ਦੇ ਵਿੱਚ ਹੀ ਮਤਲਬ ਇੰਟਰਨੈਟ ਆਫ ਕਰਕੇ ਤੇ ਸਾਰੇ ਲੋਕਾਂ ਨੂੰ ਆਨਲਾਈਨ ਐਜੂਕੇਸ਼ਨ ਤੋਂ ਵੀ ਪਾਸੇ ਕੀਤਾ ਜਾ ਸਕਦਾ। ਮਸਲਾ ਇਹ ਆ ਕਿ ਸਰਕਾਰ ਜਿਸ ਟਰੈਕ ਤੇ ਅੱਗੇ ਵਧ ਰਹੀ ਆ ਆਨਲਾਈਨ ਐਜੂਕੇਸ਼ਨ ਦਾ ਨਾਮ ਲੈ ਕੇ, ਉਸ ਨੀਅਤ ਦੇ ਪਿੱਛੇ ਐਜੂਕੇਸ਼ਨ ਨੂੰ ਠੱਪ ਕਰਨ ਦਾ ਮਾਮਲਾ, ਕਲਾਸਰੂਮ ਕਲਚਰ ਆ ਜਿਹੜਾ, ਜਿੱਥੇ ਇੱਕ ਵਿਦਿਆਰਥੀ ਨੂੰ ਜਿੱਥੇ ਵਿਦਿਆਰਥੀਆਂ ਨੂੰ ਅਧਿਆਪਕ ਲਗਾਤਾਰ ਉਹਨਾਂ ਦੀਆਂ ਗਲਤੀਆਂ ਨੂੰ ਚੈੱਕ ਕਰਦਾ, ਉਹਨਾਂ ਨੂੰ ਸ਼ੇਪ ਕਰਨ ਦਾ ਕੰਮ, ਉਹਨਾਂ ਨੂੰ ਟ੍ਰੇਨ ਕਰਨ ਦਾ ਕੰਮ ਆ, ਉਹ ਘਰੇ ਬੈਠ ਕੇ ਇੱਕ ਟੀਵੀ ਸੈੱਟ ਤੇ ਜਾਂ ਇੱਕ ਮੋਬਾਈਲ ਜਾਂ ਲੈਪਟਾਪ ਤੇ ਉਹ ਕਦੇ ਵੀ ਨਹੀਂ ਕੀਤਾ ਜਾ ਸਕਦਾ। ਡਾਕਟਰ ਤੁਹਾਨੂੰ ਫੋਨ ਤੇ ਸੁਣ ਕੇ ਸਲਾਹ ਜ਼ਰੂਰ ਦੇ ਸਕਦਾ ਟੈਂਪਰੇਰੀ ਰਾਹਤ ਦੇ ਲਈ, ਪਰ ਉਹ ਇਲਾਜ ਨਹੀਂ ਕਰ ਸਕਦਾ। ਇਸੇ ਤਰੀਕੇ ਨਾਲ ਆਨਲਾਈਨ ਐਜੂਕੇਸ਼ਨ ਆ ਜਿਹੜੀ, ਉਹ ਅਧਿਆਪਕ ਆਪਣੇ ਵੱਲੋਂ ਬੋਲ ਰਿਹਾ। ਆਪਾਂ ਕਿੰਨੀਆਂ ਸਾਰੀਆਂ ਵੀਡੀਓ ਦੇਖੀਆਂ ਜਿੱਥੇ ਬੜੀਆਂ ਹਾਸੋਹੀਣੀਆਂ ਗੱਲਾਂ ਆਨਲਾਈਨ ਕਲਾਸਾਂ 'ਚ ਚੱਲ ਰਹੀਆਂ, ਕਿੰਨੀ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਟੀਚਰ ਆ ਜਿਹੜਾ ਉਹ ਨਹੀਂ ਉਸ ਗੱਲ ਨੂੰ ਪਹੁੰਚਾ ਰਿਹਾ। ਮਸਲਾ ਇਹ ਆ, ਸਾਡੇ ਦੇਸ਼ ਦੇ ਵਿੱਚ ਜੰਮੂ ਐਂਡ ਕਸ਼ਮੀਰ ਇੱਕ ਸਟੇਟ ਜਿਹਨੂੰ ਸਰਕਾਰ ਨੇ ਤੋੜ ਕੇ ਯੂਨੀਅਨ ਟੈਰੀਟਰੀ ਬਣਾਉਣ ਦਾ ਕੰਮ ਕੀਤਾ, ਉੱਥੇ ਲਗਾਤਾਰ ਆ ਜਿਹੜਾ ਇੰਟਰਨੈਟ ਠੱਪ ਰਿਹਾ। ਜਦੋਂ ਰੀਸਟੋਰ ਹੋਇਆ ਤੇ ਸਿਰਫ 2G ਰੀਸਟੋਰ ਕੀਤਾ ਗਿਆ, ਜਿੱਥੇ ਮਤਲਬ 2G ਦੀ ਕੀ ਹਾਲਤ ਹੁੰਦੀ ਆ ਹੁਣ ਆਪਣੇ ਤੋਂ ਵੱਧ ਕੋਈ ਵੀ ਨਹੀਂ ਸਮਝ ਸਕਦਾ। ਤੁਸੀਂ ਝਾਰਖੰਡ ਚਲੇ ਜਾਓ, ਬਿਹਾਰ ਚਲੇ ਜਾਓ, ਤਾਮਿਲਨਾਡੂ ਚਲੇ ਜਾਓ, ਹਜ਼ਾਰਾਂ ਹਿੱਸੇ ਇਸ ਦੇਸ਼ ਦੇ ਉਹ ਆ ਜਿੱਥੇ ਇੰਟਰਨੈਟ ਦੀ 2G ਸਪੀਡ ਤੱਕ ਵੀ ਜਿਹੜੀ ਆ ਉਹ ਨਹੀਂ ਗਈ। ਤੇ ਫਿਰ ਉਸ ਦੇਸ਼ ਦੇ ਵਿੱਚ ਇਹਦਾ ਮਤਲਬ ਅਸੀਂ ਸਮਝਦੇ ਹਾਂ ਵੀ ਉਹਨਾਂ ਦੇ ਲਈ ਜੇ ਨਾ ਵੀ ਪ੍ਰਬੰਧ ਹੋਵੇ ਆਨਲਾਈਨ ਐਜੂਕੇਸ਼ਨ ਦਾ ਤੇ ਕੋਈ ਫਰਕ ਨਹੀਂ ਪੈਂਦਾ। ਹੋਵੇ ਪ੍ਰਬੰਧ ਆਨਲਾਈਨ ਐਜੂਕੇਸ਼ਨ ਦਾ ਵੀ ਹੋਵੇ, ਪਰ ਪਹਿਲਾਂ ਸਾਰਿਆਂ ਦੇ ਲਈ ਬੇਸਿਕ ਐਜੂਕੇਸ਼ਨ ਆ ਜਿਹੜਾ ਉਹਦਾ ਪ੍ਰਬੰਧ ਕੀਤਾ ਜਾਵੇ, ਉਸ ਸਟਰਕਚਰ ਨੂੰ ਡਿਵੈਲਪ ਕੀਤਾ ਜਾਵੇ।
ਉਸ ਤੋਂ ਬਾਅਦ ਚ ਆਨਲਾਈਨ ਐਜੂਕੇਸ਼ਨ ਆ ਜਿਹੜੀ ਇੱਕ ਖਾਸ ਪੱਧਰ ਤੇ ਜਾ ਕੇ ਇੰਟਰੋਡਿਊਸ ਕਰਵਾਈ ਜਾ ਸਕਦੀ ਆ। ਪਰ ਹੁਣ ਦੀ ਘੜੀ 'ਚ ਜਿੱਥੇ ਹਾਲਾਤ ਇੰਨੇ ਬਦਤਰ ਬਣੇ ਹੋਏ ਆ, ਇਸ ਘੜੀ ਦੇ ਵਿੱਚ ਆਨਲਾਈਨ ਐਜੂਕੇਸ਼ਨ ਆ ਜਿਹੜੀ ਉਹ ਸਿੱਧੇ ਤੌਰ ਤੇ ਵਿਦਿਆਰਥੀਆਂ ਨੂੰ ਬਾਹਰ ਧੱਕਣ ਦਾ ਕੰਮ ਆ। ਪਰ ਪ੍ਰਾਈਵੇਟ ਸਕੂਲਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਪ੍ਰਾਈਵੇਟ ਸਕੂਲਾਂ ਦਾ ਤੇ ਜਿਹੜਾ ਉਹ ਪੇਰੈਂਟਸ ਦਾ ਵੀ ਆਪਸ ਵਿੱਚ ਬਹੁਤ ਰੌਲਾ ਚੱਲ ਰਿਹਾ ਹੈ। ਪ੍ਰਾਈਵੇਟ ਸਕੂਲ ਵੀ ਆਨਲਾਈਨ ਐਜੂਕੇਸ਼ਨ ਦੇ ਨਾਮ ਤੇ ਪੇਰੈਂਟਸ ਤੋਂ ਪੂਰੀਆਂ ਫੀਸਾਂ ਜਿਹੜੀਆਂ ਵਸੂਲ ਕਰਨੀਆਂ, ਜਿਹੜੀਆਂ ਉਹਨਾਂ ਤੇ ਜ਼ੋਰ ਪਾ ਰਹੇ ਆ ਵੀ ਪੂਰੀਆਂ ਫੀਸਾਂ ਜਮ੍ਹਾਂ ਕਰਵਾਓ ਤੁਸੀਂ। ਬਹੁਤ ਸਾਰੇ ਪੇਰੈਂਟਸ ਇਹਦਾ ਵਿਰੋਧ ਵੀ ਕਰ ਰਹੇ ਆ, ਬਹੁਤ ਰੌਲਾ ਚੱਲ ਰਿਹਾ ਹੈ। ਤੇ ਹਾਈ ਕੋਰਟ ਨੇ ਹੁਣ ਇਹ ਆਦੇਸ਼ ਵੀ ਜਾਰੀ ਕਰਤੇ ਇਹ ਕਿ ਜਿਹੜੇ ਉਹ ਫੀਸਾਂ ਲੈ ਸਕਦੇ ਆ ਪੇਰੈਂਟਸ ਤੋਂ। ਇਹ ਸਾਰੇ ਮਸਲੇ ਬਾਰੇ ਤੁਹਾਡਾ ਕੀ ਕਹਿਣਾ? ਇਸ ਮਸਲੇ ਤੇ ਗੱਲ ਕਰਨ ਤੋਂ ਪਹਿਲਾਂ ਮੈਨੂੰ ਲੱਗਦਾ ਆਪਾਂ ਨੂੰ ਥੋੜਾ ਜਿਹਾ ਬੈਕਗ੍ਰਾਉਂਡ 'ਚ ਜਾ ਕੇ ਡਿਸਕਸ ਕਰਨਾ ਚਾਹੀਦਾ ਵੀ ਇਹ ਸਾਰਾ ਜਿਹੜਾ ਪ੍ਰਾਈਵੇਟ ਐਜੂਕੇਸ਼ਨ ਦਾ ਸਿਸਟਮ ਆ ਇਹ ਸ਼ੁਰੂ ਕਿਉਂ ਕੀਤਾ ਗਿਆ ਤੇ ਇਹ ਹੁਣ ਪੋਜੀਸ਼ਨ ਇੱਥੇ ਤੱਕ ਬਣੀ। ਇਹ ਸੁਭਾਵਕ ਹੈ, ਇਸੇ ਐਂ ਬਣਨੀ ਸੀ ਪੋਜੀਸ਼ਨ। ਉਹ ਕਿਉਂ ਬਣਨੀ ਸੀ? ਤੁਸੀਂ ਜਦੋਂ ਮਤਲਬ ਅੱਜ ਤੋਂ 20 ਸਾਲ ਪਿੱਛੇ ਆਪਾਂ ਐਜੂਕੇਸ਼ਨ ਤੇ ਝਾਤੀ ਮਾਰਦੇ ਹਾਂ, ਲਗਭਗ ਵਿਦਿਆਰਥੀ ਆ ਜਿਹੜੇ ਉਹ ਸਰਕਾਰੀ ਸਕੂਲਾਂ 'ਚ ਪੜ੍ਹਦੇ ਸੀ, ਅੱਛੇ ਪ੍ਰਬੰਧ 'ਚ ਪੜ੍ਹਦੇ ਸੀ। ਅਧਿਆਪਕਾਂ ਦੀ ਜਿਹੜੀ ਮਤਲਬ ਜਿਹੜੇ ਪੂਰੇ ਅਧਿਆਪਕ ਸਕੂਲਾਂ 'ਚ ਵਿਦਿਆਰਥੀਆਂ ਨੂੰ ਲਗਭਗ ਮਿਲਦੇ ਸੀ। ਉਹਨਾਂ 'ਚੋਂ ਹੀ ਅਫਸਰ ਬਣਦੇ ਸੀ। ਉਹਨਾਂ ਅਧਿਆਪਕਾਂ ਦੇ ਪੜ੍ਹਾਏ ਹੋਏ ਬੱਚੇ ਹੀ ਆ ਜਿਹੜੇ ਪੂਰੇ ਦੇਸ਼ ਨੂੰ ਚਲਾਉਂਦੇ ਸੀ, ਸਾਰਾ ਸਿਸਟਮ ਚੱਲਦਾ ਸੀ। ਪਰ ਸਰਕਾਰੀ ਤੌਰ ਤੇ ਜਿਹੜੀਆਂ ਵੀ ਸਰਕਾਰਾਂ ਮੌਕੇ ਤੇ ਜਿਹੜੀਆਂ ਬਣਦੀਆਂ ਰਹੀਆਂ, ਜਿਹੜੇ MP MLA ਜਿੱਤ ਕੇ ਵਿਧਾਨ ਸਭਾ ਤੇ ਪਾਰਲੀਮੈਂਟ 'ਚ ਜਾਂਦੇ ਰਹੇ, ਉਹਨਾਂ ਨੇ ਇਸ ਪਾਲਿਸੀ ਨੂੰ ਕਿ ਪੈਸਾ ਕਿੱਥੋਂ ਕਮਾਇਆ ਜਾਵੇ, ਇਸ ਗੱਲ ਨੂੰ ਸਮਝਣ ਦੀ ਵੱਡੇ ਤੌਰ ਤੇ ਲੋੜ ਆ। ਚਾਹੇ ਸ਼ਰਾਬ ਦੇ ਠੇਕਿਆਂ ਤੋਂ ਪੈਸਾ ਕਮਾਉਣ ਦੀ ਗੱਲ ਹੋਵੇ ਤੇ ਹਰ ਇੱਕ 'ਚ ਹੋੜ ਲੱਗੀ ਹੁੰਦੀ ਵੀ ਸ਼ਰਾਬ ਦੇ ਠੇਕਿਆਂ ਵੱਲ ਜਾਇਆ ਜਾਵੇ। ਫਿਰ ਜੇ ਰੇਤਾਂ ਦੀਆਂ ਖਾਨਾਂ 'ਚੋਂ ਪੈਸਾ ਕਮਾਉਣ ਦੀ ਗੱਲ ਹੋਵੇ ਤੇ ਸਾਰੇ ਦੇ ਸਾਰੇ ਜਿਹੜੇ ਲੀਡਰ ਆ ਤੁਹਾਨੂੰ ਉਹ 'ਚ ਇਨਵੋਲਵ ਹੋਏ ਦਿਖਣਗੇ। ਹਰ ਮਾਪਾ ਇਹ ਚਾਹੁੰਦਾ, ਹਰ ਪੇਰੈਂਟਸ ਇਹ ਚਾਹੁੰਦੇ ਆ ਕਿ ਉਹਨਾਂ ਦਾ ਬੱਚਾ ਜਿਵੇਂ ਵੀ ਕਰਕੇ ਉਹ ਪੜ੍ਹੇ, ਚਾਹੇ ਉਹਨਾਂ ਨੂੰ ਕੁਝ ਵੇਚਣਾ ਪਵੇ, ਚਾਹੇ ਜ਼ਮੀਨ ਗਹਿਣੇ ਧਰਨੀ ਪਵੇ, ਜੋ ਵੀ ਆ। 20 ਸਾਲ ਪਹਿਲਾਂ ਇਹ ਸ਼ੁਰੂ ਕੀਤਾ ਗਿਆ ਕਿ ਵਿਦਿਆਰਥੀ, ਕਿਉਂਕਿ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਆ ਮਾਪੇ, ਤੇ ਸਰਕਾਰੀ ਸਕੂਲਾਂ 'ਚ ਜੇ ਫ੍ਰੀ ਬੱਚੇ ਪੜ੍ਹੀ ਜਾਣਗੇ ਤੇ ਫਿਰ ਜਿਹੜੀ ਸਿਆਸਤਦਾਨ ਆ ਜਿਨ੍ਹਾਂ ਦੇ ਆਪਦੇ ਸਕੂਲ ਤੇ ਕਾਲਜ ਪ੍ਰਾਈਵੇਟ ਖੋਲ੍ਹੇ ਹੋਏ ਆ, ਉਹ ਪੈਸਾ ਕਿੱਥੋਂ ਕਮਾਉਣ। ਫਿਰ ਇਹ ਨੀਤੀ ਸ਼ੁਰੂ ਹੋਈ ਵੀ ਸਰਕਾਰੀ ਸਕੂਲਾਂ ਨੂੰ ਹੌਲੀ ਹੌਲੀ ਕਰਕੇ ਜਿਹੜਾ ਬੰਦ ਕਰਨ ਵੱਲ ਲੈ ਕੇ ਜਾਓ, ਉਹਨਾਂ ਨੂੰ ਬਦਨਾਮ ਕਰੋ। ਤੇ ਉਹਦੇ ਪੈਰਲਰ ਤੁਸੀਂ ਦੇਖਿਆ ਵੀ ਪ੍ਰਾਈਵੇਟ ਸਕੂਲ ਆ ਜਿਹੜੇ ਖੁੰਭਾਂ ਵਾਂਗੂ ਸਾਰੇ ਪਾਸੇ ਪਿੰਡਾਂ ਦੇ ਆਸੇ ਪਾਸੇ ਆ ਜਿਹੜੇ ਉਹ ਉੱਗਦੇ ਆਏ। ਉਹ ਇੰਨੇ ਸਕੂਲ ਕਿਉਂ ਖੁੱਲ੍ਹੇ? ਕਿਹਦੀ ਪਰਮਿਸ਼ਨ ਨਾਲ ਖੁੱਲ੍ਹੇ? ਉਦੋਂ ਤੋਂ ਹੀ ਜਿਹੜੀ ਸਰਕਾਰੀ ਸਕੂਲਾਂ 'ਚ ਅਧਿਆਪਕਾਂ ਦੀ ਭਰਤੀ ਬੰਦ ਕਰਤੀ ਲਗਾਤਾਰ, ਤਾਂ ਕਿ ਸਰਕਾਰੀ ਸਕੂਲਾਂ ਨੂੰ ਬਦਨਾਮ ਕੀਤਾ ਜਾ ਸਕੇ। ਉੱਥੇ ਜਿਹੜਾ ਇਨਫਰਾਸਟ੍ਰਕਚਰ ਆ ਜਿਹੜਾ ਉਹ ਰੋਕ ਦਿੱਤਾ ਗਿਆ। ਤੇ ਨੈਚੁਰਲੀ ਬਿਨਾਂ ਇਨਫਰਾਸਟ੍ਰਕਚਰ ਦੇ ਇੱਕ ਅਧਿਆਪਕ ਕਿਵੇਂ ਕਿਸੇ ਬੱਚਿਆਂ ਨੂੰ ਪੜ੍ਹਾਇਆ ਜਾ ਸਕਦਾ? ਫਿਰ ਇਸ ਪ੍ਰਚਾਰ ਚੋਂ ਜੀ ਵੀ ਸਰਕਾਰੀ ਸਕੂਲਾਂ 'ਚ ਤਾਂ ਪੜ੍ਹਾਈ ਹੁੰਦੀ ਨਹੀਂ ਤੇ ਪ੍ਰਾਈਵੇਟ ਸਕੂਲਾਂ ਦੀ ਐਡ ਆ ਜਿਹੜੀ ਕੰਧਾਂ ਤੇ ਪਿੰਡਾਂ ਦਿਆਂ ਤੇ ਸ਼ਹਿਰਾਂ ਦਿਆਂ ਤੇ ਉਹ ਸ਼ੁਰੂ ਹੋਈ, TV ਚੈਨਲਾਂ ਤੇ ਸ਼ੁਰੂ ਹੋਈ ਤੇ ਵੀ ਜੇ ਤੁਸੀਂ ਆਪਦੇ ਬੱਚੇ ਦਾ ਫਿਊਚਰ ਬਣਾਉਣਾ ਤੇ ਪ੍ਰਾਈਵੇਟ ਸਕੂਲ 'ਚ ਭੇਜੋ। ਓਬਵੀਅਸਲੀ ਹਰ ਜਿਹੜਾ ਪੇਰੈਂਟਸ ਆ ਉਹ ਚਾਹੁੰਦਾ ਕਿ ਉਹਦਾ ਬੱਚਾ ਇੱਕ ਸ਼ਾਈਨਿੰਗ ਫਿਊਚਰ ਦੇ ਨਾਲ ਅੱਗੇ ਵਧੇ। ਫਿਰ ਉਹ ਜਿਹੜਾ ਤੰਤਰ ਖੜਾ ਕਰਕੇ ਪ੍ਰਾਈਵੇਟ ਸਕੂਲਾਂ ਦਾ ਫੀਸਾਂ, ਵੱਡੀਆਂ ਫੀਸਾਂ ਭਰ ਕੇ ਵੀ ਉਹਨਾਂ ਸਕੂਲਾਂ ਦੇ ਵਿੱਚ ਮਾਪਿਆਂ ਨੇ ਵਿਦਿਆਰਥੀ ਭੇਜੇ। ਤੁਸੀਂ ਇਸ ਗੱਲ ਦਾ ਸਰਵੇ ਕਰਕੇ ਦੇਖੋ, ਇਹ ਕਿਹੜੀ ਪਾਲਿਸੀ ਆ ਵੀ ਇੱਕੋ ਸਕੂਲ ਦੇ ਵਿੱਚ ਐਡਮਿਸ਼ਨ ਲੈਣ ਦਾ ਮਤਲਬ ਹੁੰਦਾ ਵੀ ਬੱਚਾ ਇੱਕ ਵਾਰੀ ਐਡਮਿਟ ਹੁੰਦਾ, ਵੀ ਹਰ ਸਾਲ ਐਡਮਿਸ਼ਨ ਹੁੰਦੀ ਆ। ਇਹ ਕਿੱਥੋਂ ਚੱਲ ਪਿਆ ਵੀ 30-30 ਹਜ਼ਾਰ ਰੁਪਏ ਐਡਮਿਸ਼ਨ ਹਰ ਵਾਰੀ ਬੱਚੇ ਦੀ ਹੋਵੇ, ਹਰ ਵਾਰੀ ਬੱਚੇ ਨੂੰ ਨਵੀਆਂ ਕਾਪੀਆਂ ਕਿਤਾਬਾਂ, ਹਰ ਵਾਰੀ ਬੱਚੇ ਨੂੰ ਨਵੀਂ ਯੂਨੀਫਾਰਮ ਦੀ ਲੋੜ ਆ। ਮਤਲਬ ਪੈਸਾ ਮਾਪਿਆਂ ਤੋਂ ਕਿਵੇਂ ਨਿਚੋੜਨਾ, ਚਾਹੇ ਉਹ ਮੁਲਾਜ਼ਮਾਂ ਦੇ ਬੱਚੇ ਆ, ਚਾਹੇ ਕਿਸਾਨ ਪਰਿਵਾਰਾਂ ਦੇ ਆ। ਹੁਣ ਇਹ ਰੌਲਾ ਜਿਹਦੀ ਤੁਸੀਂ ਗੱਲ ਕਰ ਰਹੇ ਹੋ ਇਸੇ 'ਚੋਂ ਹੀ ਆ, ਕਿਉਂਕਿ ਇੰਨਾ ਪੈਸਾ ਇਹਨਾਂ ਸਕੂਲਾਂ ਨੇ, ਪ੍ਰਾਈਵੇਟ ਸਕੂਲਾਂ ਨੇ, ਚਾਹੇ ਸਕੂਲ ਆ ਚਾਹੇ ਕਾਲਜ ਆ, ਉਹਨਾਂ ਨੇ ਨਿਚੋੜਿਆ ਮਾਪਿਆਂ ਤੋਂ ਨਜਾਇਜ਼ ਤੌਰ ਤੇ ਪੜ੍ਹਾਈ ਨੂੰ, ਮਤਲਬ ਇੱਕ ਵੱਖਰੇ ਤਰੀਕੇ ਦਾ ਮਾਡਲ ਬਣਾ ਕੇ। ਉਸੇ 'ਚੋਂ ਹੀ ਫਿਰ ਇਹ ਸਾਰੀਆਂ ਗੱਲਾਂ ਵੀ ਜਦੋਂ ਪ੍ਰਾਈਵੇਟ ਸਕੂਲ ਖੁੱਲ੍ਹਦੇ ਗਏ, ਲਗਾਤਾਰ ਖੁੱਲ੍ਹਦੇ ਗਏ ਤੇ ਮਾਪਿਆਂ ਤੋਂ ਪੈਸਾ ਇਕੱਠਾ ਕਰਕੇ ਹਰ ਸਾਲ ਬਿਲਡਿੰਗ ਦਾ ਫੰਡ, ਹਰ ਸਾਲ ਜਨਰੇਟਰ ਦੀ ਫੀਸ, ਲੈਬ ਦੀ ਫੀਸ। ਤੇ ਤੁਸੀਂ ਸਰਵੇ ਜਿਹੜੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਵੀ ਅਸੀਂ ਸਰਵੇ ਕੀਤੇ, ਬਹੁਤ ਸਾਰੇ ਉਹ ਸਕੂਲ ਆ ਜਿਹੜੇ ਸ਼ਰਤਾਂ ਵੀ ਪੂਰੀਆਂ ਨਹੀਂ ਕਰਦੇ। ਪ੍ਰਾਈਵੇਟ ਸਕੂਲ ਜਿਹੜੇ ਉਹ ਸਿਰਫ ਕਿਸ ਤਰੀਕੇ ਨਾਲ, ਕਿਉਂਕਿ ਜਿੰਨਾ ਪੈਸਾ ਮਾਪਿਆਂ ਤੋਂ ਲੁੱਟਿਆ ਜਾਂਦਾ ਉਹ ਪ੍ਰਸ਼ਾਸਨ ਤੱਕ ਉਹ ਮਤਲਬ ਸਾਰਾ ਹਿੱਸਾ ਵੰਡ ਕੇ, ਤਾਂ ਕਿ ਕਿਸੇ ਵੀ ਰਿਪੋਰਟ 'ਚ ਕੋਈ ਕਮੀ ਹੈ ਜਿਹੜੀ ਨਾ ਆਵੇ। ਤੇ ਮਾਪਿਆਂ ਨੂੰ ਇਸ ਤਰੀਕੇ ਦਾ ਇੱਕ ਜਿਹੜਾ ਮਾਹੌਲ ਦਿਖਾਇਆ ਗਿਆ, ਇੱਕ ਚਮਤਕਾਰੀ ਸੁਪਨਾ ਦਿਖਾਇਆ ਗਿਆ। ਹੁਣ ਉਹ ਸੁਪਨਾ ਅਸਲ 'ਚ ਟੁੱਟ ਇਸ ਕਰਕੇ ਰਿਹਾ ਕਿਉਂਕਿ ਮਾਪੇ ਹੁਣ ਦੀ ਪੋਜੀਸ਼ਨ ਦੇ ਵਿੱਚ ਕੰਮ ਆ ਜਿਹੜੇ ਲਗਾਤਾਰ ਠੱਪ ਹੋ ਗਏ ਤੇ ਮਾਪੇ ਫੀਸ ਭਰਨ ਤੋਂ ਬਿਲਕੁਲ ਮਤਲਬ ਅਸਮਰੱਥ ਹੋ ਗਏ।
ਤੇ ਪ੍ਰਾਈਵੇਟ ਸਕੂਲਾਂ ਤੋਂ ਇਹ ਆਸ ਜਿਹੜੀ ਕਰਨ ਵਾਲਾ ਮਾਮਲਾ ਵੀ ਕਿਤੇ ਉਹ ਫੀਸਾਂ ਘੱਟ ਕਰ ਲੈਣਗੇ, ਸਾਰੇ ਦਾ ਸਾਰਾ ਇਹ ਨਹੀਂ ਮੈਨੂੰ ਲੱਗਦਾ ਵੀ ਇਹ ਇੱਕ ਗਲਤ ਅਪਰੋਚ ਵਾਲਾ ਮਾਮਲਾ ਬਣ ਜਾਂਦਾ। ਪ੍ਰਾਈਵੇਟ ਸਕੂਲਾਂ ਨੇ ਲੁੱਟ ਦਾ ਹੀ ਕੰਮ ਕੀਤਾ ਤੇ ਉਹ ਲੁੱਟ ਲਗਾਤਾਰ ਜਾਰੀ ਆ। ਤੁਸੀਂ ਸਰਵੇ ਕਰਕੇ ਦੇਖੋ, MP MLA ਦੇ ਆਪਦੇ ਪ੍ਰਾਈਵੇਟ ਸਕੂਲ ਤੇ ਕਾਲਜ ਖੁੱਲੇ ਹੋਏ ਆ, ਤੇ ਉਹੀ MLA MP ਜਿਨ੍ਹਾਂ ਨੂੰ ਜਿਤਾ ਕੇ ਲੋਕਾਂ ਨੇ ਭੇਜਿਆ ਰਾਜਨੀਤੀ ਦੇ ਵਿੱਚ, ਆਪਦੀ ਆਵਾਜ਼ ਬਣਾਇਆ, ਉਹ ਸਰਕਾਰੀ ਸਕੂਲ ਦੇ ਹੱਕ 'ਚ ਕਿਉਂ ਬੋਲਣਗੇ? ਕਿਉਂਕਿ ਉਹਨਾਂ ਨੇ ਉਹਨਾਂ ਲੋਕਾਂ ਤੋਂ ਹੀ ਪੈਸੇ ਕਮਾਉਣ ਦਾ ਕੰਮ ਜਿਹੜਾ ਫੀਸਾਂ ਦੇ ਰੂਪ ਦੇ ਵਿੱਚ ਕਰਨਾ। ਹੁਣ ਇਸ ਕਰਕੇ ਇਹ ਮਸਲਾ ਇੱਥੇ ਤੱਕ ਪਹੁੰਚ ਗਿਆ ਵੀ ਮਾਪੇ ਫੀਸ ਦੇ ਨਹੀਂ ਸਕਦੇ। ਇਹ ਰੌਲਾ ਜਿਹੜਾ ਸਾਰੇ ਦਾ ਸਾਰਾ ਉਹ ਬਣ ਰਿਹਾ। ਪ੍ਰਾਈਵੇਟ ਸਕੂਲਾਂ ਵਾਲੇ ਇਹ ਵੀ ਕਹਿ ਰਹੇ ਆ ਕਿ ਉਹਨਾਂ ਨੇ ਆਪਣੇ ਅਧਿਆਪਕਾਂ ਦੀਆਂ ਜਿਹੜੀਆਂ ਫੀਸਾਂ ਤਨਖਾਹਾਂ ਕੱਢਣੀਆਂ, ਪਰ ਦੂਜੇ ਪਾਸੇ ਇਹ ਵੀ ਸੁਣਨ ਚ ਆ ਰਿਹਾ ਕਿ ਤਨਖਾਹਾਂ ਉਹ ਦੇ ਨਹੀਂ ਰਹੇ ਤੇ ਮਾਪਿਆਂ ਤੋਂ ਜਿਹੜੀ ਫੀਸਾਂ ਵਸੂਲ ਕਰ ਰਹੇ ਆ। ਐਜੂਕੇਸ਼ਨ ਇੱਕ ਸੈਕਟਰ ਆ, ਹਰ ਦੇਸ਼ ਦੀ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਆ ਵੀ ਐਜੂਕੇਸ਼ਨ ਹਰੇਕ ਨੂੰ ਫ੍ਰੀ ਦਿੱਤੀ ਜਾਵੇ, ਕਿਉਂਕਿ ਜੇ ਐਜੂਕੇਟਡ ਹੋਊਗਾ ਤੁਹਾਡਾ ਸਮਾਜ ਫੇਰ ਹੀ ਅੱਗੇ ਵਧ ਸਕਦਾ, ਨਹੀਂ ਸਮਾਜ ਅੱਗੇ ਨਹੀਂ ਵਧ ਸਕਦਾ। ਪਰ ਐਜੂਕੇਸ਼ਨ ਜਦੋਂ ਇੱਕ ਮਾਫੀਆ ਬਣ ਗਈ, ਜਦੋਂ ਐਜੂਕੇਸ਼ਨ ਮਾਫੀਆ ਹਰ ਤਰੀਕੇ ਦੀ ਚਾਲਸਾਜ਼ੀ ਕਰਕੇ ਲੋਕਾਂ ਤੋਂ ਪੈਸੇ ਬਟੋਰਨੇ ਚਾਹੁੰਦਾ, ਜਿਵੇਂ ਬਾਕੀ ਮਾਫੀਏ ਬਣੇ ਹੋਏ ਆ, ਇਹ ਇੱਕ ਅੰਡਰਵਰਲਡ ਵਾਂਗੂ ਇੱਕ ਮਾਫੀਆ ਬਣ ਗਿਆ ਐਜੂਕੇਸ਼ਨ, ਜਿਹਨੂੰ ਕੁਝ ਲੋਕ ਜਿਹੜੇ ਚਲਾ ਰਹੇ ਆ ਜਦੋਂ ਉਹ ਫਿਰ ਹੁਣ ਜਦੋਂ ਲੋਕਡਾਊਨ ਆ, ਸਾਰੇ ਜਿਹੜੇ ਸਕੂਲ ਆ ਖੋਲ੍ਹੇ ਨਹੀਂ ਜਾ ਸਕਦੇ, ਤੇ ਫਿਰ ਉਹਨਾਂ ਨੇ ਇਹ ਵਿਚਾਰ ਕੇ ਵੀ ਲੋਕਾਂ ਤੋਂ ਫੀਸ ਕਿਸ ਬਹਾਨੇ ਇਕੱਠੀ ਕੀਤੀ ਜਾਵੇ। ਫਿਰ ਉਹਨਾਂ ਨੇ ਉਸੇ ਮਾਫੀਏ ਨੇ ਫੈਸਲਾ ਲੈ ਕੇ ਵੀ ਜੇ ਫੀਸ ਲੈਣੀ ਆ ਮਾਪਿਆਂ ਤੋਂ ਤੇ ਚਲੋ ਜੀ ਆਨਲਾਈਨ ਐਜੂਕੇਸ਼ਨ ਕਹਿ ਕੇ ਲੈ ਲੈਂਦੇ ਆ, ਅਸੀਂ ਤਾਂ ਜੀ ਤੁਹਾਡੇ ਬੱਚੇ ਨੂੰ ਪੜ੍ਹਾਇਆ, ਚਾਹੇ ਘਰ ਦੇ ਸਾਰੇ ਦਾ ਸਾਰਾ ਟੱਬਰ ਆਨਲਾਈਨ ਉਸ ਕਲਾਸ ਦੇ ਚੱਕਰ 'ਚ ਫਾਹੇ ਟੰਗਿਆ ਰਿਹਾ ਹੋਵੇ, ਫਿਰ ਉਹ ਨੈਟਵਰਕ ਤੇ ਦੂਜੇ ਇਸ਼ੂ ਆਪਾਂ ਸਾਰੇ ਦੇਖੇ, ਫਿਰ ਪੇਰੈਂਟਸ ਦੀ ਕੁਆਲੀਫਿਕੇਸ਼ਨ ਤੇ ਉਹ ਕਿੰਨਾ ਕੁ ਕਰ ਸਕਦੇ ਉਹ ਵੀ ਆਪਾਂ ਸਾਰੇ ਲੋਕਾਂ ਨੇ ਦੇਖਿਆ। ਉਸ ਨੂੰ ਬਹਾਨਾ ਬਣਾ ਕੇ ਫੀਸਾਂ ਲੈਣ ਵਾਲਾ ਕੰਮ ਆ ਜਿਹੜਾ ਉਹ ਕਰਨ ਦੀ ਗੱਲ ਕੀਤੀ। ਆਨਲਾਈਨ ਐਜੂਕੇਸ਼ਨ ਦੀ ਆਪਾਂ ਗੱਲ ਕਰ ਰਹੇ ਸੀ ਕਿ ਬਹੁਤ ਸਾਰਾ ਹਿੱਸਾ ਤਾਂ ਆਨਲਾਈਨ ਐਜੂਕੇਸ਼ਨ ਲੈਣ ਤੋਂ ਹੀ ਬਣ ਜਾਣਾ ਵੀ ਉਹਨਾਂ ਕੋਲੇ ਇੰਨੀਆਂ ਸਹੂਲਤਾਂ ਹੀ ਹੈ ਨਹੀਂ ਕਿ ਉਹ ਬੱਚਿਆਂ ਕੋਲੇ, ਬਹੁਤ ਸਾਰੇ ਬੱਚਿਆਂ ਕੋਲੇ ਤਾਂ ਸਮਾਰਟਫੋਨ ਹੀ ਹੈ ਨਹੀਂ, ਐਂਡਰੋਇਡ ਫੋਨ ਹੀ ਹੈ ਨਹੀਂ, ਪਰ ਜਿਹੜਾ ਹਿੱਸਾ ਆਨਲਾਈਨ ਐਜੂਕੇਸ਼ਨ ਲੈ ਰਿਹਾ ਉਹਨਾਂ ਤੇ ਵੀ ਬਹੁਤ ਜਿਹੜੇ ਮਾੜੇ ਪ੍ਰਭਾਵ ਦੇਖਣ ਨੂੰ ਮਿਲ ਰਹੇ ਆ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਆਮ ਘਰਾਂ ਦੇ ਵਿੱਚ ਇੱਕ ਗੱਲ ਬੜੀ ਸਾਫ਼ ਜੀ ਆ ਵੀ ਇਹ ਸਾਇੰਟੀਫਿਕਲੀ ਤੌਰ ਤੇ ਵੀ ਹਰ ਇੱਕ ਕਹਿੰਦਾ ਕਿ ਬੱਚੇ ਨੂੰ ਇੱਕ ਖਾਸ ਉਮਰ ਤੋਂ ਪਹਿਲਾਂ ਮੋਬਾਈਲ ਆ ਜਿਹੜਾ ਉਹ ਨਹੀਂ ਦੇਣਾ ਚਾਹੀਦਾ। ਉਹਦੀ ਰੌਸ਼ਨੀ ਦਾ ਜਿਹੜਾ ਬੱਚੇ ਦੀਆਂ ਅੱਖਾਂ ਤੇ ਕਿੰਨਾ ਅਸਰ ਹੁੰਦਾ ਤੇ ਜਿਸ ਤਰੀਕੇ ਨਾਲ ਮੋਬਾਈਲ ਚੱਲਦਾ, ਉਹ ਸਾਰੇ ਦੀਆਂ ਸਾਰੀਆਂ ਚੀਜ਼ਾਂ ਨੂੰ ਜੇ ਆਪਾਂ ਜੋੜ ਕੇ ਦੇਖੀਏ ਤੇ ਇੱਕ ਖਾਸ ਉਮਰ ਤੋਂ ਪਹਿਲਾਂ ਬੱਚੇ ਨੂੰ ਜ਼ਿਆਦਾ ਦੇਰ ਮੋਬਾਈਲ ਵਰਤਣ ਤੋਂ ਮਨਾ ਕੀਤਾ ਜਾਂਦਾ, ਮਤਲਬ ਇਹ ਡਾਕਟਰਾਂ ਵੱਲੋਂ ਵੀ ਤੇ ਵੈਸੇ ਵੀ। ਪਰ ਆਨਲਾਈਨ ਐਜੂਕੇਸ਼ਨ ਦੇ ਨਾਂ ਤੇ ਬਹੁਤੇ ਬੱਚਿਆਂ ਕੋਲੇ, ਜਿਨ੍ਹਾਂ ਕੋਲੇ ਸਮਾਰਟਫੋਨ ਨਹੀਂ, ਜਿਨ੍ਹਾਂ ਕੋਲੇ ਲੈਪਟਾਪ ਨਹੀਂ, ਜਿਹੜੇ ਵਿਦਿਆਰਥੀਆਂ ਨੂੰ, ਕਿਉਂਕਿ ਲੰਬਾ ਸਮਾਂ ਲੋਕਡਾਊਨ ਚੱਲ ਰਿਹਾ ਤੇ ਅਨਸਰਟੇਨਟੀ ਆ ਜਿਹੜੀ ਇਹ ਪੇਰੈਂਟਸ ਦੇ ਦਿਮਾਗ ਦੇ ਵਿੱਚ ਵੀ ਬਣੀ ਹੋਈ ਆ ਵੀ ਕਿਤੇ ਬੱਚਾ ਪਿੱਛੇ ਨਾ ਰਹਿ ਜੇ, ਕਿਉਂਕਿ ਸਰਕਾਰ ਨੇ ਗਲਤ ਫੈਸਲਾ ਲੈ ਲਿਆ। ਤੇ ਉਸੇ ਹੋੜ ਦੇ ਵਿੱਚੋਂ ਜਿਹੜਾ ਲਗਾਤਾਰ ਮੋਬਾਈਲ ਤੇ ਬੈਠਣ ਵਾਲਾ ਵਿਦਿਆਰਥੀਆਂ ਦਾ ਕੰਮ ਆ, ਉਹਨਾਂ ਦੀ ਸਿਹਤ ਤੇ ਜਿਹੜੀ ਮੈਂਟਲ ਐਗਜ਼ਰਸ਼ਨ ਹੋ ਰਹੀ ਹੈ, ਇਹਦੇ ਨਾਲ ਜਿਹੜੀ ਹਰਾਸਮੈਂਟ ਹੋ ਰਹੀ ਆ, ਜਿਹੜੀ ਪੇਰੈਂਟਸ ਦੀ ਮਤਲਬ ਇਸ ਪੂਰੇ ਮਾਮਲੇ ਦੇ ਵਿੱਚ ਹਰਾਸਮੈਂਟ ਹੁੰਦੀ ਆ, ਕਿਉਂਕਿ ਉਹ ਜਿਸ ਤੇ ਉਹਨਾਂ ਨੇ ਤਾਂ ਲੈਕਚਰ ਦੇਤਾ, ਜਿਹੜਾ ਕਲਾਸ ਚੱਲ ਗਈ ਆਨਲਾਈਨ, ਫਿਰ ਤੁਹਾਨੂੰ ਇੱਕ ਕੁਐਸਚਨ ਈਅਰ ਭੇਜਤਾ ਵੀ ਬੱਚੇ ਨੇ ਉਹ ਭਰਨਾ, ਮਤਲਬ ਪੂਰੇ ਦਾ ਪੂਰਾ ਇੱਕ ਇਸ ਖੱਪੇ ਦੇ ਵਿੱਚ ਇੰਨੇ ਮਹੀਨਿਆਂ ਦੇ ਵਿੱਚ ਦਿੱਤੀ ਹੋਈ ਆਨਲਾਈਨ ਐਜੂਕੇਸ਼ਨ ਦਾ ਜੇ ਤੁਸੀਂ ਸਿੱਟਾ ਕੱਢ ਕੇ ਦੇਖੋਗੇ ਤੇ ਉਹ 0.1% ਵੀ ਨਹੀਂ ਨਿਕਲਣਾ। ਉਹ ਇਸ ਕਰਕੇ ਨਹੀਂ ਨਿਕਲਣਾ ਕਿਉਂਕਿ ਜਦੋਂ ਕਮਿਊਨੀਕੇਸ਼ਨ ਨਹੀਂ ਹੋ ਰਿਹਾ ਵਿਦਿਆਰਥੀ ਦਾ ਤੇ ਅਧਿਆਪਕ ਦਾ, ਵੀ ਜੇ ਅਧਿਆਪਕ ਨੇ ਬੋਲ ਕੇ ਸਾਰੀ ਗੱਲ ਕਹਿ ਦੇਣੀ ਆ ਤੇ ਵਿਦਿਆਰਥੀ ਨੇ ਚੁੱਪ ਕਰਕੇ ਸੁਣੀ ਲੈਣੀ ਆ, ਤੇ ਐਜੂਕੇਸ਼ਨ ਦਾ ਸਟਾਈਲ ਹੀ ਗਲਤ ਆ। ਤੇ ਉਹਦੇ ਚੋਂ ਬੱਚੇ ਦਾ ਸਿਰਫ ਇੱਕ ਸਿਲੇਬਸ ਪੂਰਾ ਕਰਵਾਉਣ ਦੇ ਲਈ, ਸਿਰਫ ਇਸ ਬਹਾਨੇ ਦੇ ਲਈ ਵੀ ਤਾਂ ਕਿ ਮਾਪਿਆਂ ਤੋਂ ਫੀਸਾਂ ਬਟੋਰੀਆਂ ਜਾ ਸਕਣ, ਇਹ ਜਿਹੜਾ ਸਾਰਾ ਕੰਮ ਕੀਤਾ ਜਾ ਰਿਹਾ ਉਹਨਾਂ ਦੀ ਹੈਲਥ ਤੇ, ਉਹਨਾਂ ਦੀ ਆਈਜ਼ ਤੇ, ਘਰ ਦੇ ਮਾਹੌਲ ਤੇ ਲਗਾਤਾਰ ਇਸ ਚੀਜ਼ ਦਾ ਬਹੁਤ ਬੁਰਾ ਅਸਰ ਆ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ। ਬਿਲਕੁਲ, ਕਲਾਸਰੂਮ ਵਾਲਾ ਜਿਹੜਾ ਐਟਮੋਸਫੇਅਰ ਆ ਉਹ ਤਾਂ ਬਣ ਹੀ ਨਹੀਂ ਸਕਦਾ ਆਨਲਾਈਨ ਜਦੋਂ ਕਲਾਸਿਸ ਲੱਗਦੀਆਂ। ਬਿਲਕੁਲ ਨਹੀਂ ਕੀਤਾ ਜਾ ਸਕਦਾ। ਇਹ ਇੱਕ ਕਲਾਸ ਦੇ ਵਿੱਚ ਅਧਿਆਪਕ ਤੇ ਟੀਚਰ, ਅਧਿਆਪਕ ਤੇ ਵਿਦਿਆਰਥੀ ਦਾ ਇੱਕ ਰਿਸ਼ਤਾ ਬਣਦਾ। ਉਸ ਰਿਸ਼ਤੇ ਦੇ ਵਿੱਚੋਂ, ਉਸ ਕੰਫਰਟ ਜ਼ੋਨ ਦੇ ਵਿੱਚੋਂ ਵਿਦਿਆਰਥੀ, ਸਿਰਫ ਉਹ 1 ਘੰਟੇ ਦੀ ਕਲਾਸ ਨਹੀਂ ਹੁੰਦੀ, ਉਹ ਰਿਸ਼ਤਾ ਲਗਾਤਾਰ ਡਿਵੈਲਪ ਹੁੰਦਾ। ਵਿਦਿਆਰਥੀ ਦੀ ਗਰੋਥ ਲਗਾਤਾਰ ਉਸ ਸਕੂਲ ਦੇ ਵਿੱਚ ਹੁੰਦੀ ਆ। ਜਦੋਂ ਇੱਕ ਆਨਲਾਈਨ ਕਲਾਸ ਆ ਉਹਦੇ ਵਿੱਚ ਮਤਲਬ ਅਧਿਆਪਕ ਜਦੋਂ ਆਪਦੀ ਗੱਲ ਕਹਿ ਰਿਹਾ ਤੇ ਉਹ ਇੱਕ ਲੈਪਟਾਪ ਦੀ ਸਕਰੀਨ ਤੇ 50 ਵਿਦਿਆਰਥੀਆਂ ਨੂੰ ਲਗਾਤਾਰ ਕੌਣ ਕੀ ਕਰ ਰਿਹਾ, ਬਹੁਤਿਆਂ ਦੇ ਕੈਮਰੇ ਬੰਦ ਆ, ਉਹ ਸਾਰੀਆਂ ਚੀਜ਼ਾਂ ਇੱਕ ਬੋਗਸ ਜਿਹੇ ਤਰੀਕੇ ਦਾ ਮਾਡਲ ਆ ਜਿਹੜਾ ਇਹ ਬਣਾਇਆ ਜਾ ਰਿਹਾ। ਇਹ ਕਿਤੇ ਵੀ ਨਹੀਂ ਲਿਜਾ ਸਕਦਾ ਵਿਦਿਆਰਥੀਆਂ ਦੇ ਫਿਊਚਰ ਨੂੰ।
ਆਪਾਂ ਵਿਦਿਆਰਥੀਆਂ ਦੇ ਜਿਹੜੇ ਐਗਜ਼ਾਮਸ ਦੀ ਗੱਲ ਕਰੀਏ ਤਾਂ ਸੈਂਟਰ ਵੱਲੋਂ ਤਾਂ ਇਹ ਆਦੇਸ਼ ਦਿੱਤੇ ਗਏ ਆ ਕਿ ਐਗਜ਼ਾਮ ਲੈਣੇ ਆ, ਪਰ ਜਿਹੜੀਆਂ ਵਿਦਿਆਰਥੀ ਜਥੇਬੰਦੀਆਂ ਉਹਨਾਂ ਦਾ ਵਿਰੋਧ ਕਰ ਰਹੀਆਂ ਕਿ ਵਿਦਿਆਰਥੀਆਂ ਦੇ ਇਮਤਿਹਾਨ ਨਹੀਂ ਲੈਣੇ ਚਾਹੀਦੇ। ਦੇਖੋ, ਜਿਸ ਦੇਸ਼ ਦੀ ਸਰਕਾਰ, ਜਿੱਥੋਂ ਦੀਆਂ ਸੂਬਿਆਂ ਦੀਆਂ ਸਰਕਾਰਾਂ ਲੋਕਡਾਊਨ 'ਚ ਲੋਕਾਂ ਨੂੰ ਇਹੀ ਭਰੋਸਾ ਨਹੀਂ ਦੇ ਸਕੀਆਂ ਵੀ ਜੇ ਤੁਸੀਂ ਆਪਦੇ ਘਰ ਤੋਂ ਵੀ ਦੂਰ ਆ ਤੇ ਤੁਹਾਡੇ ਲਈ ਰਹਿਣ ਦਾ ਪ੍ਰਬੰਧ ਕੀਤਾ ਜਾ ਸਕਦਾ, ਖਾਣੇ ਦਾ ਪ੍ਰਬੰਧ ਕੀਤਾ ਜਾ ਸਕਦਾ। ਇੱਥੋਂ ਦੇ ਦੇਸ਼ ਦੇ ਅਨਾਜ ਦੇ ਸਟੋਰਾਂ ਦੇ ਵਿੱਚ ਅਨਾਜ ਦੀ ਕਮੀ ਨਹੀਂ, ਕਿਉਂਕਿ ਇੱਥੋਂ ਦਾ ਕਿਸਾਨ ਮਜ਼ਦੂਰ ਪੂਰਾ ਸਾਲ ਆਪਦੇ ਆਪ ਨੂੰ ਖੇਤਾਂ ਦੇ ਵਿੱਚ ਕੰਮ ਕਰਕੇ ਅਨਾਜ ਜਿਹੜਾ ਪੈਦਾ ਕਰਕੇ ਉਹ ਸਟੋਰ ਭਰਦਾ ਇਸ ਦੇਸ਼ ਦੀ ਸਰਕਾਰ ਦੇ। ਪਰ ਜਦੋਂ ਉਹ ਇੰਨਾ ਭਰੋਸਾ ਨਹੀਂ ਦੇ ਸਕੇ ਇਸ ਦੇਸ਼ ਦੇ ਲੋਕਾਂ ਨੂੰ ਵੀ ਉਹਨਾਂ ਲਈ ਖਾਣੇ ਪੀਣੇ ਦਾ ਪ੍ਰਬੰਧ ਕੀਤਾ ਜਾ ਸਕਦਾ, ਜਦੋਂ ਉਹਨਾਂ ਨੂੰ ਉਹ ਸਾਰਾ ਪ੍ਰਬੰਧ ਖੁਦ ਕਰਨਾ ਪੈ ਰਿਹਾ, ਜਦੋਂ ਜ਼ਿੰਦਗੀ ਉਸ ਟਰੈਕ ਤੇ ਚਲੀ ਗਈ ਵੀ ਕਿਸੇ ਨੂੰ ਅੱਗੇ ਇਸ ਗੱਲ ਦੀ ਗਾਰੰਟੀ ਕੋਈ ਨਹੀਂ ਦਿਖਦੀ ਵੀ ਜੇ ਅਸੀਂ ਅੱਜ ਦਾ ਖਾਣਾ ਖਾ ਲਿਆ ਤੇ ਕੱਲ ਕਿੱਥੋਂ ਖਾਵਾਂਗੇ, ਕਿਉਂਕਿ ਲਗਾਤਾਰ ਬੇਰੁਜ਼ਗਾਰੀ ਦਾ ਜਿਹੜਾ ਅੰਕੜਾ ਸਰਕਾਰ ਨੇ ਲਕੋ ਲਿਆ ਸੀ ਪਹਿਲਾਂ, ਲੋਕਡਾਊਨ ਦੇ ਵਿੱਚ ਲੱਖਾਂ ਲੋਕ ਹੋਰ ਕੰਮ ਤੋਂ ਉਹ ਬਾਹਰ ਹੋ ਗਏ। ਵਿਦਿਆਰਥੀ ਜਥੇਬੰਦੀਆਂ ਵੱਲੋਂ ਜੇ ਅਸੀਂ ਇਸ ਗੱਲ ਦਾ ਵਿਰੋਧ ਕਰ ਰਹੇ ਹਾਂ ਵੀ ਆਨਲਾਈਨ ਐਗਜ਼ਾਮਸ ਨਹੀਂ ਲਏ ਜਾ ਸਕਦੇ, ਇਹਦੇ ਬਹੁਤ ਸੋਲਿਡ ਰੀਜ਼ਨ ਆ। ਉਹ ਰੀਜ਼ਨ ਦੇਸ਼ ਦੀ ਸਰਕਾਰ ਨੂੰ ਵੀ ਚੰਗੀ ਤਰ੍ਹਾਂ ਪਤਾ। ਆਪਾਂ ਪਹਿਲਾਂ ਗੱਲ ਕੀਤੀ, ਬਹੁਤੀਆਂ ਸਟੇਟਾਂ ਉਹ ਆ ਜਿੱਥੇ ਨੈਟਵਰਕ ਨਹੀਂ, ਬਹੁਤੇ ਲੋਕ ਉਹ ਆ ਜਿਹੜੇ ਲੋਕਾਂ ਲਈ ਰੋਜੀ ਰੋਟੀ ਪਹਿਲਾ ਸਵਾਲ ਬਣਿਆ ਹੋਇਆ, ਉਹ ਆਨਲਾਈਨ ਐਗਜ਼ਾਮ ਦੇਣ ਵਾਲੀ ਕੰਡੀਸ਼ਨ 'ਚ ਨਹੀਂ ਜਾ ਸਕਦੇ। ਦਿੱਲੀ ਯੂਨੀਵਰਸਿਟੀ 'ਚ ਸਰਵੇ ਹੋਇਆ, ਉਸ ਸਰਵੇ ਦੇ ਵਿੱਚ 85% ਵਿਦਿਆਰਥੀਆਂ ਨੇ ਇਹ ਕਿਹਾ ਵੀ ਆਨਲਾਈਨ ਐਗਜ਼ਾਮ ਆ ਜਿਹੜੇ ਉਹ ਨਹੀਂ ਲੈ ਸਕਦੀ। ਜਿਹੜਾ ਐਜੂਕੇਸ਼ਨ ਬੋਰਡ ਤੇ UGC ਇਹ ਜਿਹੜਾ ਆਈਡੀਆ ਹੈ ਇਹਦੇ ਤੋਂ ਸਰਕਾਰ ਨੂੰ ਪਿੱਛੇ ਹਟਣਾ ਚਾਹੀਦਾ। ਲਗਾਤਾਰ ਵਿਦਿਆਰਥੀਆਂ ਨੇ ਟਵਿੱਟਰ ਤੇ ਸੋਸ਼ਲ ਮੀਡੀਆ ਹੈਂਡਲਸ ਤੇ ਕੈਂਪੇਨ ਕਰਕੇ ਲਗਾਤਾਰ ਵਿਦਿਆਰਥੀਆਂ ਨੇ ਇਹ ਕਿਹਾ ਵੀ ਇਹ ਜਿਹੜਾ ਆਨਲਾਈਨ ਐਜੂਕੇਸ਼ਨ, ਆਨਲਾਈਨ ਐਗਜ਼ਾਮਸ ਵਾਲਾ ਕੰਮ ਆ, ਕਿਉਂਕਿ ਜੇ ਇੱਕ ਜ਼ੂਮ ਤੇ ਜਿੱਦਾਂ ਮੀਟਿੰਗਾਂ ਹੋ ਰਹੀਆਂ, ਆਨਲਾਈਨ ਜਿਹੜੀਆਂ ਬਾਕੀ ਮੀਟਿੰਗਾਂ ਹੋ ਰਹੀਆਂ, 50-50 ਵਾਰ ਉਹਦੇ 'ਚ ਇਹ ਹੁੰਦਾ ਵੀ ਕਿਸੇ ਨੂੰ ਆਵਾਜ਼ ਇੱਧਰੋਂ ਸੁਣਦੀ, ਉੱਧਰੋਂ ਨਹੀਂ ਸੁਣਦੀ, ਨੈਟਵਰਕ ਦਾ ਇਸ਼ੂ। ਜਿੱਥੇ ਬਿਜਲੀ ਨਹੀਂ ਪਹੁੰਚੀ ਲੋਕਾਂ ਤੱਕ, ਉੱਥੇ ਆਨਲਾਈਨ ਐਜੂਕੇਸ਼ਨ 'ਚ ਇਹਦਾ ਮਤਲਬ ਫਿਰ ਸਰਕਾਰ, ਜਦੋਂ ਅਸੀਂ ਇਹ ਮੰਗ ਕਰ ਰਹੇ ਹਾਂ ਵੀ ਸਾਰਿਆਂ ਨੂੰ ਪ੍ਰਮੋਟ ਕੀਤਾ ਜਾਣਾ ਚਾਹੀਦਾ, ਇਹ ਤਾਂ ਮੰਨਦੇ ਆ ਨਾ ਆਪਾਂ ਵੀ ਜਿਹੜੀ ਪੈਂਡੇਮਿਕ ਚੱਲ ਰਹੀ, ਮਹਾਮਾਰੀ ਚੱਲ ਰਹੀ ਹੈ ਤੇ ਇਹਦੇ 'ਚ ਲੋਕਾਂ ਦਾ ਨੁਕਸਾਨ ਨਾ ਹੋ ਜੇ, ਤੇ ਫਿਰ ਵਿਦਿਆਰਥੀਆਂ ਨੂੰ ਪਿਛਲੇ ਨੰਬਰਾਂ ਦੇ ਆਧਾਰ ਤੇ ਇੱਕ ਕ੍ਰਾਈਟੇਰੀਆ ਮਿੱਥ ਕੇ ਕਿਉਂ ਨਹੀਂ ਪ੍ਰਮੋਟ ਕੀਤਾ ਜਾ ਸਕਦਾ ਅਗਲੇ ਸਾਲ 'ਚ। ਇੱਕ ਪਾਸੇ ਤਾਂ ਸਰਕਾਰ ਇਹ ਬਹਾਨਾ ਜਿਹੜਾ ਬਣਾ ਰਹੀ ਆ ਪੂਰੇ ਦਾ ਪੂਰਾ ਲੋਕਾਂ ਨੂੰ ਦੱਸ ਕੇ ਜੀ ਬਹੁਤ ਜ਼ਿਆਦਾ ਕਰੋਨਾ ਫੈਲ ਰਿਹਾ, ਨਿਤ ਨਵੇਂ ਅੰਕੜੇ ਜਿਹੜੇ ਸਿਖਰਾਂ ਛੂਹ ਰਹੇ ਆ ਤੇ ਦੁਨੀਆ ਦੇ ਵਿੱਚ ਇੰਡੀਆ ਜਿਹੜਾ ਟੌਪ ਕਰਨ ਵਾਲੀ ਪੋਜੀਸ਼ਨ ਦੇ ਵਿੱਚ ਚਲਿਆ ਜਾਵੇ। ਦੂਜੇ ਪਾਸੇ ਆ ਵਿਦਿਆਰਥੀਆਂ ਦੇ ਲਈ ਇਹ ਗਾਈਡਲਾਈਨ UGC ਜਾਰੀ ਕਰਦੇ ਵੀ ਉਹਨਾਂ ਦੇ ਵਿਦਿਆਰਥੀਆਂ ਦੇ ਐਗਜ਼ਾਮ ਹੋਣਗੇ ਉਹ ਵੀ ਆਨਲਾਈਨ ਨਹੀਂ ਆਫਲਾਈਨ ਐਗਜ਼ਾਮ ਹੋਣਗੇ। ਇਹਦਾ ਮਤਲਬ ਦੋਵਾਂ 'ਚੋਂ ਇੱਕ ਚੀਜ਼ ਸਰਕਾਰ ਮੰਨ ਲਵੇ, ਜਾਂ ਤਾਂ ਉਹ ਕਹਿ ਦੇਣ ਵੀ ਕਰੋਨਾ ਹੈ ਨਹੀਂ, COVID-19 ਦਾ ਵਾਇਰਸ ਐਗਜ਼ਿਸਟ ਨਹੀਂ ਕਰਦਾ, ਤੇ ਜੇ ਐਗਜ਼ਿਸਟ ਕਰਦਾ ਤੇ ਫਿਰ ਵਿਦਿਆਰਥੀਆਂ ਦੀ ਜਾਨ ਨੂੰ ਖਤਰੇ 'ਚ ਪਾਉਣ ਦਾ ਹੱਕ ਕਿਹਨੇ ਦਿੱਤਾ? ਮਤਲਬ ਸਰਕਾਰ ਦੀ ਜਿਹੜੀ ਇਹ ਡਬਲ ਨੀਤੀ ਉਹ ਐਕਸਪੋਜ਼ ਹੋ ਰਹੀ ਆ, ਤੇ ਵਿਦਿਆਰਥੀਆਂ ਨੂੰ ਕਿਉਂ ਨਹੀਂ ਪ੍ਰਮੋਟ ਕੀਤਾ ਜਾ ਸਕਦਾ ਇਸ ਸਾਲ ਦੇ ਲਈ? ਜੇ ਪ੍ਰਮੋਟ ਕਰਨ ਨੂੰ ਸਰਕਾਰ ਦੀ ਨੀਤੀ ਜਿਹੜੀ ਹੁਣ ਜਿਸ ਕਰਕੇ ਉਹਨਾਂ ਨੇ ਐਗਜ਼ਾਮ ਦਾ ਇਹ ਆਰਡਰ ਜਾਰੀ ਕਰਤਾ, ਇਹ ਫਰਮਾਨ ਜਾਰੀ ਕਰਤਾ, ਉਹ ਸਿਰਫ ਇਸ ਕਰਕੇ ਆ ਕਿਉਂਕਿ ਸਰਕਾਰ ਮਾਸ ਪ੍ਰਮੋਸ਼ਨ ਨੂੰ ਮਾਸ ਫੇਲੂਅਰ 'ਚ ਬਦਲਣਾ ਚਾਹੁੰਦੀ ਆ। ਕਿਉਂਕਿ ਜਿਹੜੇ ਨਹੀਂ ਐਗਜ਼ਾਮ ਦੇ ਪਾਉਣਗੇ ਉਹਨਾਂ ਦੀ ਸੁਣਵਾਈ ਇਹ ਨਹੀਂ ਹੋਏਗੀ ਕਿ ਵੀ ਮਤਲਬ ਉਹ ਨੈਟਵਰਕ ਦੇ ਇਸ਼ੂ ਕਰਕੇ ਕੋਈ ਐਗਜ਼ਾਮ ਨਹੀਂ ਦੇ ਸਕਿਆ, ਉਹ ਉਹ ਜੀ ਫੇਲ ਹੋ ਗਏ, ਉਹ ਐਗਜ਼ਾਮ ਦਿੱਤੇ ਨਹੀਂ ਉਹਨਾਂ ਨੇ। ਇਸ ਪੋਜੀਸ਼ਨ 'ਚ ਜਾਣਬੁੱਝ ਕੇ ਵਿਦਿਆਰਥੀਆਂ ਨੂੰ ਧੱਕਿਆ ਜਾ ਰਿਹਾ ਕਿ ਵਿਦਿਆਰਥੀਆਂ ਦੇ ਫਿਊਚਰ ਦੇ ਨਾਲ ਏਡਾ ਵੱਡਾ ਮਜ਼ਾਕ ਸਰਕਾਰ ਉਸ ਵੇਲੇ ਕਰੇਗੀ ਜਦੋਂ ਪੂਰੀ ਦੁਨੀਆ ਇਸ ਮਹਾਮਾਰੀ ਦੀ ਮਾਰ ਝੱਲ ਰਹੀ ਹੈ। ਇਸ ਕਰਕੇ ਸਰਕਾਰ ਤਾਂ ਕਿ ਵਿਦਿਆਰਥੀ ਇਸ ਦੇਸ਼ ਦਾ ਭਵਿੱਖ ਆ, ਵਿਦਿਆਰਥੀਆਂ ਦੇ ਹੱਕ 'ਚ ਸੋਚ ਸਕੇ, ਵਿਦਿਆਰਥੀ ਜਥੇਬੰਦੀਆਂ ਲਗਾਤਾਰ ਕੈਂਪੇਨ ਕਰਕੇ ਸਰਕਾਰ ਨੂੰ ਇਸ ਫੈਸਲੇ ਤੋਂ ਪਿੱਛੇ ਧੱਕਣ ਦਾ ਜਿਹੜਾ ਉਹ ਕੰਮ ਕਰ ਰਹੀਆਂ। ਪਰ ਐਜੂਕੇਸ਼ਨ ਸਿਸਟਮ ਦੇ ਵਿੱਚ ਇਹ ਜੋ ਪੂਰਾ ਮਾਹੌਲ ਬਣ ਚੁੱਕਿਆ, ਜੋ ਰੌਲਾ ਪੈ ਰਿਹਾ ਹੈ, ਤਾਂ ਇਹਦਾ ਹੱਲ ਕੀ ਸੋਚਦੇ ਹੋ ਫਿਰ ਤੁਸੀਂ? ਜੈਸਮੀਨ ਜੀ, ਹਰ ਸਮੱਸਿਆ ਦੇ ਵਿੱਚ ਉਹਦਾ ਹੱਲ ਵੀ ਪਿਆ ਹੁੰਦਾ। ਸਮੱਸਿਆ ਹੱਲ ਲਏ ਬਿਨਾਂ ਪੈਦਾ ਹੀ ਨਹੀਂ ਹੁੰਦੀ, ਕਿਉਂਕਿ ਕੋਈ ਵੀ ਸਿਚੁਏਸ਼ਨ ਆਦੇ ਉਹਦਾ ਹੱਲ ਕੀਤਾ ਜਾ ਸਕਦਾ ਹੁੰਦਾ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਜਿਹੜਾ ਸਰਕਾਰੀ ਸਕੂਲਾਂ ਦਾ ਸਿਸਟਮ ਆ ਜਿਹਨੂੰ ਜਾਣਬੁੱਝ ਕੇ ਬਰਬਾਦ ਕਰ ਦਿੱਤਾ ਗਿਆ ਤਾਂ ਕਿ ਵਿਦਿਆਰਥੀ ਆ ਜਿਹੜੇ ਉਹ ਫ੍ਰੀ ਨਾ ਪੜ੍ਹ ਜਾਣ, ਤਾਂ ਕਿ ਜਿਹੜੇ ਉੱਥੇ ਅਧਿਆਪਕ ਆਪਣੇ ਘਰਾਂ ਦੇ ਜਿਹੜੇ ਭੈਣ ਭਰਾ ਜਾਂ ਧੀਆਂ ਪੁੱਤ ਉਹ ਸਾਰੇ ਲੱਗੇ ਹੋਏ ਆ, ਉਹਨਾਂ ਨੂੰ ਨੌਕਰੀਆਂ ਤੋਂ ਜਵਾਬ ਦੇਣ ਦੇ ਲਈ ਲਗਾਤਾਰ ਪ੍ਰਾਈਵੇਟ ਐਜੂਕੇਸ਼ਨ ਆ ਜਿਹੜੀ ਉਹ ਚਲਾਈ ਗਈ। ਹੁਣ ਸਾਰੇ ਲੋਕਾਂ ਨੇ ਦੇਖਿਆ, ਜਦੋਂ ਆਪਾਂ ਹੈਲਥ ਦੀ ਵੀ ਗੱਲ ਕਰਦੇ, ਕਿਉਂਕਿ COVID-19 ਦਾ ਮਸਲੇ ਨੇ ਹੈਲਥ ਨੂੰ ਪ੍ਰਭਾਵਿਤ ਕੀਤਾ ਦੁਨੀਆ ਭਰ ਦੇ ਵਿੱਚ ਲੋਕਾਂ 'ਚ ਸਾਬਿਤ ਹੋ ਗਿਆ ਵੀ ਜਿਹੜੇ ਪ੍ਰਾਈਵੇਟ ਸਕੂਲਾਂ ਜਾਂ ਪ੍ਰਾਈਵੇਟ ਹਸਪਤਾਲਾਂ ਦਾ ਮਾਡਲ ਲੋਕਾਂ ਨੂੰ ਦਿਖਾਇਆ ਗਿਆ, ਜਿਹੜੇ ਮਤਲਬ ਹਸਪਤਾਲ ਦਾ ਗੇਟ ਐਂਟਰ ਕਰਦੇ ਇਹ ਕਹਿ ਦਿੰਦੇ ਸੀ ਵੀ ਜੀ ਤੁਹਾਡੇ ਕੋਲੇ 5 ਮਿੰਟ ਆ, 5 ਮਿੰਟ ਦੇ ਵਿੱਚ ਸੋਚ ਲਓ, ਨਹੀਂ ਤਾਂ ਜੀ ਮਰੀਜ਼ ਆ ਤੁਹਾਡਾ ਬਚਾਇਆ ਨਹੀਂ ਜਾ ਸਕਦਾ। ਉਹ ਸਾਰੇ ਹਸਪਤਾਲ
ਜਿੱਦੇ ਕਰੋਨਾ ਨੂੰ ਮਹਾਮਾਰੀ ਘੋਸ਼ਿਤ ਕੀਤਾ ਗਿਆ ਉਹ ਜਿੰਦਰੇ ਲਾ ਕੇ ਕੁਆਰੰਟਾਈਨ ਹੋ ਗਏ, ਸਾਰੇ ਡਾਕਟਰ ਕੁਆਰੰਟਾਈਨ ਹੋ ਗਏ। ਪ੍ਰਾਈਵੇਟ ਲਾਇਸੈਂਸ ਪ੍ਰੈਕਟਿਸ ਕਰਨ ਵਾਲੇ ਲੱਖਾਂ ਜਿਹੜੇ ਇਸ ਦੇਸ਼ ਦੇ ਵਿੱਚ ਡਾਕਟਰ ਆ, ਤੇ ਲੜਿਆ ਕੌਣ ਕੋਵਿਡ-19 ਦੇ ਖਿਲਾਫ? ਉਹੀ ਡਾਕਟਰ ਸਾਡੇ ਦੇਸ਼ ਦੇ ਸਰਕਾਰੀ ਹਸਪਤਾਲਾਂ ਦੇ ਵਿੱਚ ਬੈਠੇ ਜਿਨ੍ਹਾਂ ਨੂੰ ਜਾਣਬੁੱਝ ਕੇ ਦੇਸ਼ ਦੀ ਸਰਕਾਰ ਨੇ ਬਦਨਾਮ ਕਰਨ ਦਾ ਕੰਮ ਕੀਤਾ। ਜਦੋਂ ਇੱਕ ਹਸਪਤਾਲ ਦੇ ਵਿੱਚ ਸਰਕਾਰੀ ਦੇ ਵਿੱਚ ਇੱਕ ਬਿਮਾਰੀ ਚੈੱਕ ਕਰਨ ਦੇ ਲਈ ਪੂਰੇ ਜ਼ਿਲ੍ਹੇ ਦੇ ਲਈ ਇੱਕ ਡਾਕਟਰ ਬੈਠਾ ਤੇ ਮਰੀਜ਼ 1000 ਬੈਠਾ, ਤੁਸੀਂ ਅੰਦਾਜ਼ਾ ਕਰੋ ਜਿਵੇਂ ਕਲਾਸਰੂਮ ਦੇ ਵਿੱਚ ਵਿਦਿਆਰਥੀ ਬਹੁਤ ਜ਼ਿਆਦਾ ਹੋਣ ਤੇ ਅਧਿਆਪਕ ਇੱਕੋ ਹੀ ਹੋਵੇ, ਉਹੀ ਹਾਲਤ ਆ ਉਹਨਾਂ ਡਾਕਟਰਾਂ ਦੀ ਹੁੰਦੀ। ਲੜੇ ਫਿਰ ਵੀ ਇਸ ਦੇਸ਼ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰ, ਸਰਕਾਰੀ ਹਸਪਤਾਲਾਂ ਦੀਆਂ ਨਰਸਾਂ, ਸਰਕਾਰੀ ਜਿਹੜੇ ਮੁਲਾਜ਼ਮ ਆ ਕਰਮਚਾਰੀ ਜਿਨ੍ਹਾਂ ਨੂੰ ਕੋਈ ਮੈਡੀਕਲ ਕਿੱਟ ਨਹੀਂ ਦਿੱਤੀ ਦੇਸ਼ ਦੀ ਸਰਕਾਰ ਨੇ, ਸਟੇਟ ਦੀ ਸਰਕਾਰ ਨੇ, ਕੋਈ ਉਹਨਾਂ ਨੂੰ ਸੇਫਟੀ ਸ਼ੂਜ਼ ਨਹੀਂ ਦਿੱਤੇ, ਕੋਈ ਮਾਸਕ ਨਹੀਂ ਦਿੱਤੇ, ਫਿਰ ਵੀ ਉਹ ਇਸ ਮਹਾਮਾਰੀ 'ਚ ਲੜੇ। ਪਰ ਪ੍ਰਾਈਵੇਟ ਨਹੀਂ, ਉਹਨਾਂ ਦਾ ਕੰਮ ਸਿਰਫ ਲੁੱਟ ਕਰਨ ਵਾਲਾ ਸੀ। ਉਸੇ ਤਰੀਕੇ ਨਾਲ ਇਸ ਮਹਾਮਾਰੀ ਦੇ ਦੌਰ ਦੇ ਵਿੱਚ ਸਾਨੂੰ ਇਹ ਵੀ ਸਮਝਣਾ ਚਾਹੀਦਾ ਪ੍ਰਾਈਵੇਟ ਸਕੂਲਾਂ ਨੇ ਵੀ ਲੁੱਟ ਕਰਨ ਵਾਲਾ ਕੰਮ ਰੋਕਿਆ ਨਹੀਂ। ਇਹਦਾ ਮੁਕਾਬਲਾ ਇੱਕੋ ਚੀਜ਼ ਕਰ ਸਕਦੀ, ਜਿਵੇਂ ਪ੍ਰਾਈਵੇਟ ਹਸਪਤਾਲ ਆ ਲੋਕਾਂ ਦਾ ਭਲਾ ਨਹੀਂ ਕਰ ਸਕਦੇ, ਉਹ ਸਿਰਫ ਦੁਕਾਨ ਆ। ਤੁਸੀਂ ਨੋਟ ਕੀਤਾ ਹੋਏਗਾ, ਪੇਰੈਂਟਸ ਵੀ ਜਿਹੜੇ ਚੈਨਲ ਦੇਖ ਰਹੇ ਉਹ ਨੋਟ ਕਰਨ ਵੀ ਜਦੋਂ ਬੱਚਾ ਘਰੇ ਆ ਕੇ ਸ਼ਿਕਾਇਤ ਕਰਦਾ ਵੀ ਮੈਨੂੰ ਟੀਚਰ ਨੇ ਇਹ ਗੱਲ ਕਹੀ, ਤੇ ਉਸ ਸਕੂਲ ਦਾ ਪ੍ਰਿੰਸੀਪਲ ਜਾਂ ਮੈਨੇਜਮੈਂਟ ਮਾਪਿਆਂ ਦੇ ਸਾਹਮਣੇ ਖੜਾ ਕੇ ਬੱਚੇ ਦੇ ਹੱਕ 'ਚ ਅਧਿਆਪਕ ਨੂੰ ਜਿੰਨਾ ਬੁਰੇ ਤਰੀਕੇ ਨਾਲ ਡਾਂਟਣ ਦੀ ਲੋੜ ਪਵੇ ਉਹ ਡਾਂਟ ਦਿੰਦੇ। ਕਿਉਂ? ਕਿਉਂਕਿ ਉਹ ਬੱਚਾ ਉਹਨਾਂ ਦਾ ਗਾਹਕ ਆ, ਵਿਦਿਆਰਥੀ ਨਹੀਂ। ਕਿਉਂਕਿ ਇਹ ਇੰਡਸਟਰੀ ਬਣ ਗਈ, ਇਹ ਮਾਫੀਆ ਬਣ ਗਿਆ, ਇਹ ਭਲੇ ਦਾ ਖੇਤਰ ਨਹੀਂ ਰਿਹਾ। ਭਲੇ ਦਾ ਖੇਤਰ ਸਿਰਫ ਸਰਕਾਰੀ ਖੇਤਰ ਹੀ ਲੋਕਾਂ ਦੇ ਲਈ ਹੋ ਸਕਦਾ ਜੀ। ਪਰ ਸਰਕਾਰੀ ਕਿਵੇਂ ਹੋਵੇ? ਹੁਣ ਜਿਹੜਾ ਮਾਮਲਾ ਕਿ ਵਿਦਿਆਰਥੀਆਂ ਨੂੰ ਜੇ ਮੰਨ ਲਓ 2 ਸਾਲ ਕਿਸੇ ਮਹਾਮਾਰੀ ਦੇ ਲਈ ਲੋਕਾਂ ਨੂੰ ਲੜਨਾ ਪੈ ਜੇ ਤੇ ਕੀ ਸਭ ਕੁਝ ਠੱਪ ਰੱਖਿਆ ਜਾਵੇ? ਇੰਨਾ ਲੰਬਾ ਲੋਕਡਾਊਨ ਚੱਲਣਾ ਤਾਂ ਇਸ ਦੇਸ਼ ਦੀ ਸਰਕਾਰ ਦੀਆਂ ਪਾਲਿਸੀਆਂ ਦਾ ਚਿਹਰਾ ਨੰਗਾ ਕਰਦਾ ਵੀ ਇਹ ਦੇਸ਼ ਦੀ ਸਰਕਾਰ, ਸਟੇਟਾਂ ਦੀ ਸਰਕਾਰ ਕਿੰਨੀ ਬੁਰੇ ਤਰੀਕੇ ਨਾਲ ਫੇਲ ਆ। ਕੀ ਲੋਕਾਂ ਨੂੰ ਬੰਦ ਕਰਕੇ ਹੀ ਰੱਖਿਆ ਜਾਏਗਾ? ਲੋਕਾਂ ਨੂੰ ਟ੍ਰੇਨ ਕਰਨ ਦਾ ਕੰਮ ਕਦੋਂ ਹੋਊਗਾ? ਹੁਣ ਜਿਹੜੇ ਮਾਡਲ ਦੀ ਗੱਲ ਅਸੀਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਕਰ ਰਹੇ ਹਾਂ, ਜੈਸਮੀਨ ਜੀ, ਇਹੋ ਜਿਹਾ ਪੰਜਾਬ ਦਾ ਕਿਹੜਾ ਚੌਂਕ ਆ ਜਿੱਥੇ ਅਧਿਆਪਕਾਂ ਨੇ 3-3000 ਰੁਪਏ ਦੀ ਨੌਕਰੀ ਪਿੱਛੇ ਆ ਜਿਹੜੀ ਕੁੱਟ ਨਾ ਖਾਧੀ ਹੋਵੇ? ਕਿੰਨੀਆਂ ਲੜਕੀਆਂ ਨੇ, ਮਤਲਬ ਆਪਾਂ ਉਸ ਲੜਕੀ ਨੂੰ ਵੀ ਨਹੀਂ ਭੁੱਲੇ ਜਿਹਨੇ ਟੈਂਕੀ ਤੇ ਚੜ੍ਹ ਕੇ ਆਪਦੇ ਆਪ ਨੂੰ ਅੱਗ ਲਾ ਕੇ ਖਤਮ ਕਰਨ ਵਾਲਾ ਕੰਮ ਕੀਤਾ। ਕਾਹਦੇ ਲਈ? ਨੌਕਰੀ ਦੇ ਲਈ। ਮਸਲਾ ਇਹ ਆਉਂਦਾ ਕਿ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਕੇ ਉੱਥੇ ਪੂਰੀਆਂ ਸੁਵਿਧਾਵਾਂ ਦੇ ਕੇ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ। ਜੇ ਸਰਕਾਰ ਦੇ ਅੰਕੜੇ ਕਹਿੰਦੇ ਆ ਵੀ ਇੱਕ ਅਧਿਆਪਕ ਨੂੰ 66 ਵਿਦਿਆਰਥੀ ਮਿਲ ਰਹੇ ਆ, ਤੇ ਉਹ ਕਿਵੇਂ ਪੜ੍ਹਾਊਗਾ ਉਹਨਾਂ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ 'ਚ? ਹੋਣਾ ਕੀ ਚਾਹੀਦਾ ਕਿ ਵਿਦਿਆਰਥੀਆਂ ਦੀ ਗਿਣਤੀ ਘਟਾ ਕੇ, ਜਿਵੇਂ ਇਸ ਧਰਤੀ ਤੇ ਇੱਕ ਛੋਟਾ ਜਿਹਾ ਦੇਸ਼ ਆ ਕਿਊਬਾ ਦੇ ਐਜੂਕੇਸ਼ਨ ਮਾਡਲ ਨੂੰ ਲੋਕਾਂ ਨੂੰ ਸਟੱਡੀ ਕਰਨ ਦੀ ਲੋੜ ਆ। ਉੱਥੋਂ ਦੇ ਮਾਡਲ ਵਿੱਚ ਕੀ ਆ, ਉਹ ਪਹਿਲਾਂ ਉੱਥੇ 20 ਵਿਦਿਆਰਥੀਆਂ ਨੂੰ ਇੱਕ ਅਧਿਆਪਕ ਪੜ੍ਹਾ ਰਿਹਾ ਸੀ। ਫਿਰ ਉਹਨਾਂ ਨੂੰ ਲੱਗਿਆ ਵੀ ਨਹੀਂ, ਇੱਕ ਅਧਿਆਪਕ ਦੇ ਲਈ 20 ਵਿਦਿਆਰਥੀ ਜ਼ਿਆਦੇ ਆ, ਉਹਨਾਂ ਨੂੰ ਵਿਦਿਆਰਥੀਆਂ ਨੂੰ ਹੋਰ ਚੰਗੇ ਤਰੀਕੇ ਨਾਲ ਪੜ੍ਹਾਉਣ ਦੇ ਲਈ ਵਿਦਿਆਰਥੀਆਂ ਦੀ ਗਿਣਤੀ ਘੱਟ ਕਰੀਏ। ਕਿਉਂਕਿ ਉਹਨਾਂ ਨੇ ਬੀਐਡ ETT ਕੋਰਸ ਕਰਵਾ ਕੇ ਅਧਿਆਪਕ ਜਿਹੜੇ ਭਰਤੀ ਕੀਤੇ, ਸਰਕਾਰੀ ਤੌਰ ਤੇ ਭਰਤੀ ਕੀਤੇ, ਸਾਡੇ ਦੇਸ਼ 'ਚ ਉਹੀ ਡਾਂਗਾਂ ਖਾਈ ਜਾਂਦੇ ਆ ਉਹਨਾਂ ਨੂੰ, ਕਿਉਂਕਿ ਸਰਕਾਰੀ ਨੌਕਰੀ ਤੇ ਰੱਖਿਆ ਨਹੀਂ ਜਾਂਦਾ ਤੇ ਪ੍ਰਾਈਵੇਟ 'ਚ ਫਿਰ ਉਹਨਾਂ ਦੀ ਲੁੱਟ ਕਰਨ ਵਾਲਾ ਕੰਮ ਲਗਾਤਾਰ ਹੁੰਦਾ। ਮਤਲਬ ਬੀਐਡ ETT ਕਰਕੇ, ਟੈਟ ਪਾਸ ਕਰਕੇ ਵੀ ਜੇ ਉਹਨਾਂ ਨੂੰ 3000 ਰੁਪਏ ਦੀ ਨੌਕਰੀ ਕਰਨੀ ਪਵੇ ਤੇ ਇਦੋਂ ਮਾੜਾ ਕੀ ਹੋ ਸਕਦਾ? ਮਤਲਬ ਉਹਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਸਰਕਾਰੀ ਸਕੂਲਾਂ 'ਚ ਰੱਖਿਆ ਜਾਵੇ। ਤੇ ਜਿਹੜਾ ਫਿਜ਼ੀਕਲ ਡਿਸਟੈਂਸ ਆ, ਇਹ ਸੋਸ਼ਲ ਡਿਸਟੈਂਸ ਦੀ ਗੱਲ ਆ, ਗਲਤ ਤਰੀਕੇ ਨਾਲ ਕੀਤੀ ਜਾ ਰਹੀ ਹੈ। ਫਿਜ਼ੀਕਲ ਡਿਸਟੈਂਸ ਆ, ਸੋਸ਼ਲੀ ਤਾਂ ਲੋਕਾਂ ਨੂੰ ਇਕੱਠੇ ਰਹਿਣ ਦੀ ਲੋੜ ਆ, ਕਿਉਂਕਿ ਜੇ ਮਹਾਮਾਰੀ 'ਚ ਲੋਕ ਸੋਸ਼ਲੀ ਇਕੱਠੇ ਨਹੀਂ ਰਹਿਣਗੇ ਤੇ ਫਿਰ ਸੁਸਾਇਟੀ ਹੋਣ ਦਾ ਮਤਲਬ ਹੀ ਕੀ? ਫਿਜ਼ੀਕਲੀ ਡਿਸਟੈਂਸ। ਜੇ ਇੱਕ ਕਲਾਸ ਦੇ ਵਿੱਚ ਸਰਕਾਰ 20 ਵਿਦਿਆਰਥੀਆਂ ਪਿੱਛੇ ਇੱਕ ਅਧਿਆਪਕ ਦੇ ਦੇਵੇ ਤੇ 20 ਵਿਦਿਆਰਥੀਆਂ ਨੂੰ ਤੁਸੀਂ 1-1 ਮੀਟਰ ਕਹਿੰਦੇ, ਮੈਂ ਕਹਿੰਦਾ 2-2 ਮੀਟਰ ਤੇ ਵੀ ਬਿਠਾ ਲਓ ਤੇ ਫਿਰ ਵੀ ਕਿਸੇ ਇਨਫੈਕਸ਼ਨ ਤੋਂ ਬਚਾਇਆ ਜਾ ਸਕਦਾ। ਹਰ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ। ਇੱਕ ਵਿਜ਼ਨ ਦੀ ਲੋੜ ਆ, ਅਲਟਰਨੇਟਿਵ ਦੀ ਲੋੜ ਆ। ਪਰ ਉਹ ਅਲਟਰਨੇਟਿਵ ਦੇ ਵਿੱਚ ਅਧਿਆਪਕ ਭਰਤੀ ਕਿਵੇਂ ਹੋਣ? ਅਧਿਆਪਕਾਂ ਨੂੰ ਤਾਂ ਲਗਾਤਾਰ ਜਿਹੜਾ ਬਾਹਰ ਕੱਢ ਦਿੱਤਾ ਗਿਆ ਉਸ ਸੈਕਟਰ ਦੇ ਵਿੱਚੋਂ ਤੇ ਪ੍ਰਾਈਵੇਟ ਵਿੱਚ ਲੁੱਟ ਕਰਵਾਉਣ ਦੇ ਲਈ ਧੱਕ ਦਿੱਤਾ ਗਿਆ। ਉਹੀ ਅਧਿਆਪਕ ਜਿਨ੍ਹਾਂ ਤੋਂ ਆਨਲਾਈਨ ਕਲਾਸਾਂ ਵੀ ਲਵਾਈਆਂ ਜਾ ਰਹੀਆਂ, ਪਰ ਉਹਨਾਂ ਨੂੰ ਜਿਹੜਾ ਤਨਖਾਹ ਦੇਣ ਵਾਲਾ ਕੰਮ ਨਹੀਂ ਕੀਤਾ ਜਾ ਰਿਹਾ, ਮਾਪਿਆਂ ਤੋਂ ਫੀਸਾਂ ਲਈਆਂ ਜਾ ਰਹੀਆਂ। ਮਤਲਬ ਪੂਰੇ ਦਾ ਪੂਰਾ ਪ੍ਰਾਈਵੇਟ ਸਿਸਟਮ ਆ ਜਿਹੜਾ ਲੁੱਟ ਤੇ ਖੜਾ। ਉਹ ਉਹਨਾਂ ਹੀ ਘਰਾਂ ਦੇ ਵਿੱਚੋਂ ਵਿਦਿਆਰਥੀਆਂ ਤੋਂ ਫੀਸਾਂ ਕਮਾ ਰਹੇ, ਉਹਨਾਂ ਘਰਾਂ ਦੇ ਧੀਆਂ ਪੁੱਤ ਜਿਹੜੇ ਉਹਨਾਂ ਸਕੂਲਾਂ 'ਚ ਪੜ੍ਹਾ ਰਹੇ ਉਹਨਾਂ ਨੂੰ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ। ਮਤਲਬ ਇਸ ਨੀਤੀ, ਇਹ ਦੇਸ਼ ਦੇ ਪ੍ਰਧਾਨ ਨੂੰ, ਸਾਡੇ ਸੂਬੇ ਦੇ ਮੁੱਖ ਮੰਤਰੀ ਨੂੰ, ਜਿੱਤੇ ਹੋਏ MP MLAs ਨੂੰ ਇਹ ਕੁਝ ਵੀ ਨਹੀਂ ਦਿਖਦਾ।
ਕਿਉਂਕਿ ਹਰੇਕ ਕਾਲਜ ਸਕੂਲ 'ਚ ਉਹਨਾਂ ਦੇ ਹਿੱਸੇ ਆ, ਜਿਵੇਂ ਮੈਂ ਪਹਿਲਾਂ ਮੈਂਸ਼ਨ ਕੀਤਾ, ਉਹ ਲੁੱਟ ਦੀ ਖੁੱਲ੍ਹ ਇਸ ਕਰਕੇ ਦਿੱਤੀ ਜਾ ਰਹੀ ਆ। ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕਰਦਿਆਂ ਅਧਿਆਪਕਾਂ ਦੀ ਭਰਤੀ ਕੀਤੀ ਜਾਵੇ। ਅਸੀਂ ਲਗਾਤਾਰ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਦੇਸ਼ ਦੇ ਵਿੱਚ ਇੱਕ ਮੁਹਿੰਮ ਦੇ ਰਾਹੀਂ ਇਹ ਗੱਲ ਲੋਕਾਂ ਤੱਕ ਲੈ ਕੇ ਗਏ ਕਿ ਇਸ ਦੇਸ਼ ਦੇ ਵਿੱਚ ਰੁਜ਼ਗਾਰ ਦਾ ਕਾਨੂੰਨ ਨਹੀਂ ਬਣਨਾ ਚਾਹੀਦਾ। ਕੀ ਮਤਲਬ ਰੁਜ਼ਗਾਰ ਆ ਜਿਹੜਾ ਉਹ ਵੀ ਜੇ ਤਾਂ ਕਿਸੇ ਸਰਕਾਰ ਦੀ ਮਰਜ਼ੀ ਆ, ਜਿਵੇਂ ਹੁਣ ਤਾਮਿਲਨਾਡੂ ਦੀ ਸਰਕਾਰ ਨੇ ਲੋਕਡਾਊਨ 'ਚ ਇਹ ਕਹਿਤਾ ਵੀ ਜੀ 5 ਸਾਲ ਕੋਈ ਭਰਤੀ ਨਹੀਂ ਕੀਤੀ ਜਾਊਗੀ ਗਵਰਨਮੈਂਟ ਸੈਕਟਰ 'ਚ। ਇਹਦਾ ਮਤਲਬ ਗਵਰਨਮੈਂਟ ਸੈਕਟਰ ਠੱਪ ਕਰਨ ਵਾਲਾ ਮਾਮਲਾ। ਰੇਲਵੇ ਸਰਕਾਰ ਨੇ ਵੇਚਣ ਵਾਲਾ ਕੰਮ ਇਸੇ ਕਰੋਨਾ ਦੀ ਆੜ ਦੇ ਵਿੱਚ, ਮਤਲਬ ਇੱਕ ਦੇ ਬਾਅਦ ਇੱਕ ਮਹਿਕਮਾ ਜਿਹੜਾ ਉਹ ਪ੍ਰਾਈਵੇਟ ਕਰਨ ਵੱਲ ਸਰਕਾਰ ਜਾਣਬੁੱਝ ਕੇ ਧੱਕ ਰਹੀ ਆ। ਤੇ ਸੇਵਾਵਾਂ ਕਿੱਥੇ ਮਿਲਣਗੀਆਂ ਜਦੋਂ ਇੱਥੋਂ ਦੇ ਲੋਕਾਂ ਨੂੰ ਜਿਹੜੇ ਬਾਹਰਲੇ ਦੇਸ਼ਾਂ ਤੋਂ ਆਏ ਸੀ ਜਾਂ ਬਾਹਰ ਉਹਨਾਂ ਨੂੰ ਭੇਜਣਾ ਸੀ, ਜਿਹੜੀ 에ਅਰਲਾਈਨ ਨੂੰ ਮੋਦੀ ਦੀ ਸਰਕਾਰ, ਬੀਜੇਪੀ ਦੀ ਸਰਕਾਰ ਵੇਚਣ ਲੱਗੀ ਸੀ ਲੋਕਡਾਊਨ ਤੋਂ ਪਹਿਲਾਂ, ਤੇ ਹੁਣ ਉਹਨਾਂ ਨੇ ਵੇਚਤਾ ਜਿਹਦੇ ਲਈ ਕੰਪਨੀਆਂ ਨੂੰ ਹੋੜ ਲੱਗੀ ਖਰੀਦ ਲਓ, 에ਅਰ ਇੰਡੀਆ ਹੀ ਸੀ ਜਿਹੜੀ ਮਤਲਬ ਕੋਵਿਡ-19 ਦੇ ਦੌਰ 'ਚ ਲੋਕਾਂ ਨੂੰ ਚੱਕ ਕੇ ਇੱਕ ਥਾਂ ਤੋਂ ਦੂਜੇ ਥਾਂ ਲੈ ਕੇ ਗਈ, ਜਿਵੇਂ ਸਰਕਾਰੀ ਹਸਪਤਾਲਾਂ ਦੇ ਡਾਕਟਰ ਲੜਦੇ ਰਹੇ। ਤੇ ਜਿਹੜੇ ਡਾਕਟਰਾਂ ਦੀ ਭਰਤੀ, ਅਧਿਆਪਕਾਂ ਦੀ ਭਰਤੀ ਕਿਵੇਂ ਹੋਵੇ, ਉਹਦੇ ਲਈ ਇੱਕ ਕਾਨੂੰਨ ਬਣਨਾ ਚਾਹੀਦਾ। ਦੇਸ਼ ਦੀ ਪਾਰਲੀਮੈਂਟ 'ਚ ਆਪਾਂ ਵੋਟ ਪਾਉਂਦੇ ਆ ਨਾ, ਜਦੋਂ MP MLA ਨੂੰ ਆਪਦੀ ਤਾਕਤ ਦਿੰਦੇ ਤੇ ਉਹ ਕਾਨੂੰਨ ਬਣਾਉਣ ਵਾਸਤੇ ਦਿੰਦੇ ਆ। ਉਹ ਕਾਨੂੰਨ ਇਹ ਨਹੀਂ ਵੀ ਮਤਲਬ ਤੁਸੀਂ ਵਿੱਦਿਆ ਦਾ ਨਿੱਜੀਕਰਨ ਕਰਕੇ, ਹਸਪਤਾਲਾਂ ਦਾ ਨਿੱਜੀਕਰਨ ਕਰਕੇ ਲੋਕਾਂ ਤੋਂ ਲੁੱਟੋ। ਲੋਕਾਂ ਦੇ ਭਲੇ ਦੇ ਕਾਨੂੰਨ ਬਣਾਉਣ ਦੇ ਲਈ MP MLAs ਨੂੰ ਜਿਤਾਇਆ ਜਾਂਦਾ। ਫਿਰ ਉਹ ਕਾਨੂੰਨ ਬਣੇ ਕਿ ਦੇਸ਼ ਦੇ ਵਿੱਚ ਵੱਡੀ ਮੰਗ ਆ ਜਿਹੜੀ ਇਸ ਵੇਲੇ ਉਹ ਇਹ ਉੱਠ ਰਹੀ ਆ ਕਿ ਭਗਤ ਸਿੰਘ ਦੇ ਨਾਂ ਤੇ ਕੌਮੀ ਪੱਧਰ ਤੇ ਪੂਰੇ ਦੇਸ਼ ਦੇ ਵਿੱਚ ਰੁਜ਼ਗਾਰ ਦੀ ਗਰੰਟੀ ਦਾ ਕਾਨੂੰਨ ਬਣੇ, ਜਿਹਨੂੰ ਨਾਮ ਦਿੱਤਾ ਗਿਆ ਬਨੇਗਾ, BNEGA, ਭਗਤ ਸਿੰਘ ਨੈਸ਼ਨਲ ਇੰਪਲਾਇਮੈਂਟ ਗਰੰਟੀ ਐਕਟ। ਸਕੀਮ ਨਹੀਂ, ਐਕਟ, ਕਾਨੂੰਨ ਬਣੇ ਜਿਹਨੂੰ ਸਖਤੀ ਨਾਲ ਲਾਗੂ ਕੀਤਾ ਜਾ ਸਕੇ। ਤੇ ਉਹਦੀਆਂ ਫਿਰ 4 ਅੱਗੇ ਕੈਟੇਗਰੀਜ਼ ਨੇ। ਮਤਲਬ ਉਹ ਕੈਟੇਗਰੀਜ਼ ਅਸੀਂ ਆਰਗੇਨਾਈਜੇਸ਼ਨ ਵੱਲੋਂ ਨਹੀਂ ਡਿਸਾਈਡ ਕੀਤੀਆਂ, ਉਹ ਸਰਕਾਰ ਦੇ ਸਰਕਾਰੀ ਢਾਂਚੇ 'ਚ, ਪੈਟਰਨ 'ਚ ਪਹਿਲਾਂ ਐਗਜ਼ਿਸਟ ਕਰਦੀਆਂ, ਜਿਹਦੇ 'ਚ ਪੂਰੇ ਦੇਸ਼ ਦੀ ਲੇਬਰ ਨੂੰ ਜੇ ਆਪਾਂ ਵੰਡਣਾ ਹੋਵੇ ਉਹ ਇਸ ਤਰੀਕੇ ਨਾਲ ਵੰਡਿਆ ਜਾ ਸਕਦਾ: ਅਨਸਕਿਲਡ, ਸੈਮੀ ਸਕਿਲਡ, ਸਕਿਲਡ ਤੇ ਹਾਈਲੀ ਸਕਿਲਡ। ਮਤਲਬ ਤੁਸੀਂ ਜਿੰਨੀ ਵੀ ਪੜ੍ਹਾਈ ਕੀਤੀ ਹੋਵੇ ਤੇ ਜਿੰਨੀ ਵੀ ਘੱਟ ਪੜ੍ਹਾਈ ਹੋਵੇ, ਉਹਨਾਂ ਨੂੰ 4 ਕੈਟੇਗਰੀਆਂ 'ਚ ਵੰਡਿਆ ਜਾ ਸਕਦਾ। ਤੇ ਅਸੀਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ, ਆਲ ਇੰਡੀਆ ਯੂਥ ਫੈਡਰੇਸ਼ਨ ਵੱਲੋਂ ਇਹ ਮੰਗ ਕਰ ਰਹੇ ਹਾਂ, ਲਗਾਤਾਰ ਇਹ ਪ੍ਰੋਗਰਾਮ ਰੱਖ ਰਹੇ ਹਾਂ। ਇਹ ਇਸੇ ਰਾਹੀਂ ਲੋਕਾਂ ਨੂੰ ਬਚਾਇਆ ਜਾ ਸਕਦਾ ਕਿ ਇਸ ਕਾਨੂੰਨ ਦੇ ਵਿੱਚ ਅਨਸਕਿਲਡ ਨੂੰ ਘੱਟੋ ਘੱਟ 1 ਮਹੀਨੇ 20,000 ਰੁਪਏ ਦੀ ਨੌਕਰੀ ਦੀ ਗਰੰਟੀ ਹੋਣੀ ਚਾਹੀਦੀ ਆ। ਉਸ ਤੋਂ ਅੱਗੇ ਜਿਹੜੀ ਸੈਮੀ ਸਕਿਲਡ ਕੈਟੇਗਰੀ ਆ, ਉਹਦੇ ਲਈ ਘੱਟੋ ਘੱਟ 5,000 ਰੁਪਏ ਦੇ ਇਜ਼ਾਫੇ ਨਾਲ 25,000 ਰੁਪਏ ਦੀ ਜਿਹੜੀ ਨੌਕਰੀ ਦੀ ਗਰੰਟੀ ਹੋਵੇ। ਫਿਰ ਜਿਹੜੀ ਸਕਿਲਡ ਕੈਟੇਗਰੀ ਆ, ਜਿਵੇਂ ਕਿਸੇ ਨੇ ਕੋਈ ਸਕਿੱਲ ਹਾਸਲ ਕਰ ਲਿਆ, ਉਹਦੀ ਟ੍ਰੇਨਿੰਗ ਪੂਰੀ ਹੋ ਗਈ, ਉਹਦੇ ਲਈ 30,000 ਰੁਪਏ ਦੀ ਨੌਕਰੀ ਦੀ ਗਰੰਟੀ ਹੋਵੇ। ਤੇ ਆਖਰੀ ਕੈਟੇਗਰੀ ਹਾਈਲੀ ਸਕਿਲਡ, ਕੋਈ PhD ਹੋਲਡਰ ਆ, ਕਿਸੇ ਨੇ ਇੰਜੀਨੀਅਰਿੰਗ 'ਚ ਟੌਪ ਦੀ ਡਿਗਰੀ ਕੀਤੀ ਹੋਈ ਆ, ਕਿਸੇ ਵੀ ਫੀਲਡ ਦਾ ਕੋਈ ਵੀ ਹੋਰ ਜਿਹੜਾ ਵਿਦਿਆਰਥੀ ਹੁੰਦਿਆਂ ਟ੍ਰੇਨ ਹੋਇਆ, ਉਹਦੇ ਲਈ ਹਾਈਲੀ ਸਕਿਲਡ ਕੈਟੇਗਰੀ ਮੁਤਾਬਕ ਘੱਟੋ ਘੱਟ 35,000 ਰੁਪਏ ਮਹੀਨੇ ਦੀ ਨੌਕਰੀ ਦੀ ਗਰੰਟੀ ਹੋਵੇ। ਤੇ ਕੀਤਾ ਜਾ ਸਕਦਾ। ਰੁਜ਼ਗਾਰ, ਜਿੰਨਾ ਟੈਕਸ ਲੋਕਾਂ ਤੋਂ ਇਕੱਠਾ ਹੁੰਦਾ, ਜਿੰਨਾ ਪੈਸਾ ਇਸ ਦੇਸ਼ ਦੀ ਸਰਕਾਰ ਕੋਲੇ ਇਕੱਠਾ ਹੁੰਦਾ, ਉਹਨਾਂ ਸਾਰੇ ਵਸੀਲਿਆਂ ਤੋਂ ਜਿਹੜੇ ਇਸ ਦੇਸ਼ ਦੇ ਲੋਕਾਂ ਦੇ ਵਸੀਲੇ ਆ, ਇਸ ਤਨਖਾਹ ਤੇ, ਮਤਲਬ ਇਸ ਤੋਂ ਵੀ ਵੱਧ ਤਨਖਾਹ ਤੇ ਜੇ ਰੱਖਣਾ ਪਵੇ, ਲੋਕਾਂ ਨੂੰ ਪੱਕੀਆਂ ਨੌਕਰੀਆਂ ਤੇ ਰੱਖਿਆ ਜਾ ਸਕਦਾ। ਹੁਣ ਇਹ ਵੀ ਸਵਾਲ ਕੀਤਾ ਜਾਂਦਾ ਬਹੁਤੀ ਵਾਰ ਜਦੋਂ ਅਸੀਂ ਇਸ ਮਸਲੇ ਤੇ ਗੱਲ ਕਰਦੇ ਹਾਂ ਵੀ ਪੈਸਾ ਕਿੱਥੋਂ ਆਊਗਾ, ਤੇ ਪੈਸਾ ਹੁਣ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ, ਇਹ ਆਪਾਂ ਸਭ ਲੋਕ ਜਾਣਦੇ ਹਾਂ ਵੀ ਕਿਵੇਂ ਇਸ ਦੇਸ਼ ਦੇ ਵੱਡੇ ਧਨਾੜ ਲੋਕ, ਅਦਾਨੀ ਵਰਗੇ, ਨੀਰਵ ਮੋਦੀ ਵਰਗੇ ਲੋਕਾਂ ਦਾ ਜਿਹੜਾ ਬੈਂਕਾਂ ਰਾਹੀਂ ਦੇਸ਼ ਦੀ ਸਰਕਾਰ ਨੇ ਪੈਸਾ ਇਕੱਠਾ ਕਰਕੇ ਇੱਕ ਟੂਲ ਬਣਾ ਕੇ ਉਹ ਪੈਸਾ ਉਹ ਲੁੱਟ ਕੇ ਲੈ ਕੇ ਜਾਣ ਵਾਲਾ ਕੰਮ ਕਰਦੇ ਆ, ਤੇ ਕੋਈ ਸੁਣਵਾਈ ਵੀ ਨਹੀਂ ਹੁੰਦੀ। ਤੇ ਇੱਥੇ ਪਿੰਡਾਂ ਦੇ ਵਿੱਚ ਜਾਂ ਜਿਹੜੇ ਆਮ ਕਿਸਾਨ ਆ, ਮਜ਼ਦੂਰ ਆ, ਜਦੋਂ ਉਹਨਾਂ ਦੀਆਂ ਲਿਮਟਾਂ ਤੇ ਉਹਨਾਂ ਦੇ ਲੋਨ ਦੀ ਗੱਲ ਹੁੰਦੀ ਆ, ਤੇ ਫਿਰ ਚਾਹੇ ਪੁਲਿਸ ਦੇ ਡੰਡੇ ਨਾਲ ਵੀ ਉਹਨਾਂ ਤੋਂ ਪੈਸੇ ਲੈਣੇ ਪੈਣ, ਤੇ ਸਰਕਾਰ ਫਿਰ ਉਹ ਵੀ ਅਗਰਾਈ ਕਰਨ ਤੁਰ ਪੈਂਦੀ ਆ। ਤੇ ਫਿਰ ਵੱਡਿਆਂ ਦੇ ਜੇ ਕਰਜ਼ੇ ਮਾਫ ਕੀਤੇ ਜਾ ਸਕਦੇ ਆ, ਵੱਡਿਆਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਸਕਦੀਆਂ, ਤੇ ਉਹ ਲੋਕਾਂ ਦਾ ਪੈਸਾ ਲੋਕਾਂ ਕੋਲੇ ਵਾਪਸ ਆਵੇ, ਇਹ ਰੁਜ਼ਗਾਰ ਦਿੱਤੇ ਤੋਂ ਬਿਨਾਂ ਨਹੀਂ ਆ ਸਕਦਾ। ਤੇ ਸਰਕਾਰੀ ਅਦਾਰਿਆਂ ਦੇ ਵਿੱਚ ਉਹੀ ਅਧਿਆਪਕ ਜਿਹੜੇ ਲੁੱਟ ਕਰਵਾ ਰਹੇ ਆ 3-3, 4-4 ਹਜ਼ਾਰ ਰੁਪਏ ਤੇ, ਉਹਨਾਂ ਨੂੰ ਸਰਕਾਰੀ ਤੌਰ ਤੇ ਸਰਕਾਰੀ ਸਕੂਲਾਂ 'ਚ ਰੱਖਿਆ ਜਾਵੇ, ਤੇ ਵਿਦਿਆਰਥੀਆਂ ਨੂੰ ਐਜੂਕੇਸ਼ਨ ਵੀ ਫ੍ਰੀ ਦਿੱਤੀ ਜਾ ਸਕਦੀ ਆ। ਹਰ ਸਾਲ ਐਡਮਿਸ਼ਨਾਂ ਦੇ ਇੰਨੇ ਪੈਸੇ ਭਰਨ ਦੀ ਲੋੜ ਵੀ ਲੋਕਾਂ ਨੂੰ ਨਾ ਪਵੇ। ਤੇ ਉਹ ਕਿਸਾਨ ਜਿਹੜੇ ਮਤਲਬ ਆਪਦੀਆਂ ਜ਼ਮੀਨਾਂ ਵੇਚਣ ਤੱਕ ਦਾ ਵੀ ਜਿਨ੍ਹਾਂ ਨੂੰ ਸੋਚਣਾ ਪੈਂਦਾ ਤਾਂ ਕਿ ਜਵਾਕ ਪੜ੍ਹਾਏ ਜਾ ਸਕਣ, ਤੇ ਜ਼ਮੀਨਾਂ ਵੇਚਣ ਦੀ ਲੋੜ ਵੀ ਕਿਉਂ ਪਵੇ। ਤੁਸੀਂ ਹੁਣ ਕਿਸਾਨਾਂ ਤੇ ਮਜ਼ਦੂਰਾਂ ਦੀ ਗੱਲ ਵੀ ਛੱਡੋ, ਜਿਹੜੇ ਮੁਲਾਜ਼ਮ ਆ, ਜਿਹੜੇ ਪੱਕੀ ਜਿਨ੍ਹਾਂ ਨੂੰ ਤਨਖਾਹ ਮਿਲਦੀ ਆ, ਉਹਨਾਂ ਦੇ ਵੱਸ ਦਾ ਰੋਗ ਵੀ ਨਹੀਂ ਰਿਹਾ ਵੀ ਉਹ ਵਿਦਿਆਰਥੀਆਂ ਦੀਆਂ, ਆਪਦੇ ਬੱਚਿਆਂ ਦੀਆਂ ਫੀਸਾਂ ਭਰ ਸਕਣ। ਤੇ ਇਹੀ ਸਰਕਾਰ ਚਾਹੁੰਦੀ ਆ
ਵੀ ਲੋਕਾਂ ਦੇ ਵੱਸ ਦਾ ਰੋਗ ਰਵੇ ਨਾ ਤੇ ਮੋਦੀ ਜੀ ਫਿਰ ਐਲਾਨ ਕਰਨ ਵੀ ਦੇਖੋ ਜੀ ਅਸੀਂ 20 ਲੱਖ ਕਰੋੜ ਰੁਪਏ ਦਾ ਇੱਕ ਪੈਕੇਜ ਦੇਤਾ। ਪੈਕੇਜ ਆਏ ਜਿਵੇਂ ਲੋਕਾਂ ਦੇ ਖਾਤਿਆਂ 'ਚ ਸਿੱਧੇ ਪੈਸੇ ਜਾ ਵੜਨੇ ਆ। ਉਹ ਪੈਕੇਜ ਵੀ ਇਸੇ ਨੀਤੀ 'ਚੋਂ ਵੀ ਜਦੋਂ ਪ੍ਰਾਈਵੇਟ ਸਕੂਲ 'ਚ ਪੜਾਉਣਾ ਪਏਗਾ ਬੱਚਾ ਤੇ ਜਦੋਂ ਖੁਦ ਕੋਲੇ ਪੈਸੇ ਨਹੀਂ ਤੇ ਫਿਰ ਰੋਜ਼ ਘੰਟੀ ਖੜਕਦੀ ਆ ਫੋਨ ਦੀ ਜੀ, ਕਦੇ ਕੇਸ ਬੈਂਕ ਦੀ ਕਦੇ ਕੇਸ ਬੈਂਕ ਦੀ, ਵੀ ਜੀ ਬੱਚਾ ਪੜਾਉਣਾ ਤੇ ਤੁਸੀਂ ਆਹ ਚੱਕੋ ਅਸੀਂ ਤੁਹਾਨੂੰ ਇੰਨੇ ਪੈਸਿਆਂ ਤੇ ਲੋਨ ਦਿੰਨੇ ਆ। ਵੀ ਲੋਨ ਦੇ ਚੱਕਰ ਦੇ ਵਿੱਚ ਐਜੂਕੇਸ਼ਨ, ਲੋਕ ਇਲਾਜ ਵੀ ਆਪਦੇ ਪੈਸਿਆਂ ਤੇ ਕਰਾਉਣ ਨਿੱਜੀ ਹਸਪਤਾਲਾਂ 'ਚ ਜਾ ਕੇ, ਬੱਚੇ ਵੀ ਮਤਲਬ ਆਪਦੇ ਆਪ ਪੜਾਉਣਾ, ਆਪਦੇ ਕੋਲੋਂ ਪੈਸਾ ਲਾ ਕੇ ਸਾਰਾ ਕੁਝ ਕੰਮ ਕਰਨ ਦੇ ਬਾਵਜੂਦ ਵੀ ਜੇ ਸਾਰਾ ਕੁਝ ਲੋਕਾਂ ਨੇ ਆਪ ਹੀ ਕਰਨਾ, ਪ੍ਰਬੰਧ ਹੀ ਆਪਦਾ ਆਪ ਕਰਨਾ, ਫਿਰ ਸਰਕਾਰ ਕਾਹਦੇ ਲਈ ਚੁਣਦੇ ਆ ਅਸੀਂ? ਤੇ ਸਰਕਾਰ ਦੀ ਲੋੜ ਇਸ ਕਰਕੇ ਆ ਤਾਂ ਕਿ ਲੋਕਾਂ ਦੇ ਪੈਸੇ ਨੂੰ ਵੱਡਿਆਂ ਨੂੰ ਨਾ ਲਟਾਇਆ ਜਾਵੇ, ਯੂਟਿਲਾਈਜ਼ ਕਰਕੇ ਲੋਕਾਂ ਨੂੰ ਕਰਜ਼ਾ ਮੁਕਤ ਵੀ ਕੀਤਾ ਜਾਵੇ, ਬੱਚਿਆਂ ਦੀ ਪੜ੍ਹਾਈ ਵੀ ਮੁਫਤ ਕੀਤੀ ਜਾਵੇ ਤੇ ਉਹਨਾਂ ਘਰਾਂ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੌਕਰੀਆਂ 'ਚ ਰੱਖਣ ਦੀ ਜਿਨ੍ਹਾਂ ਨੂੰ ਲੋੜ ਆ ਤਾਂ ਕਿ ਮਾਪੇ ਕੁਝ ਰਿਲੈਕਸ ਹੋਣ। ਇਹ ਜਿਹੜਾ ਹੁਣ ਬੇਰੁਜ਼ਗਾਰ ਸ਼ਬਦ ਆਪਾਂ ਇਕੱਲਾ ਵਰਤ ਲਈਏ, ਮੈਨੂੰ ਕਦੇ-ਕਦੇ ਇਹ ਗੁਨਾਹ ਲੱਗਣ ਲੱਗ ਜਾਂਦਾ, ਇਸ ਕਰਕੇ ਕਿਉਂਕਿ ਬੇਰੁਜ਼ਗਾਰ ਕਹਿ ਦੇਣਾ ਹੀ ਇਕੱਲਾ ਕਾਫੀ ਨਹੀਂ। ਬੇਰੁਜ਼ਗਾਰ ਜਦੋਂ ਆਪਾਂ ਕਹਿੰਦੇ ਆ ਉਹ ਲੱਖਾਂ ਸੁਪਨੇ ਟੁੱਟਦੇ ਆ ਉਸ ਦੇ ਨਾਲ, ਲੱਖਾਂ ਸੁਪਨੇ ਜੁੜਦੇ ਆ ਉਸ ਦੇ ਨਾਲ, ਜਿਹੜੇ ਸੁਪਨੇ ਲੈ ਕੇ ਮਾਪੇ ਆਪਦੇ ਬੱਚਿਆਂ ਨੂੰ ਪੜਾਉਂਦੇ ਆ ਤਾਂ ਕਿ ਉਹ ਕੱਲ ਨੂੰ ਉਹਨਾਂ ਦਾ ਸਹਾਰਾ ਬਣ। ਤੇ ਦੇਸ਼ ਦੀ ਸਰਕਾਰ ਨੂੰ, ਸਾਡੇ ਸਟੇਟ ਦੀ ਸਰਕਾਰ ਨੂੰ ਇਸ ਗੱਲ ਦੀ ਕੋਈ ਸ਼ਰਮ ਨਹੀਂ ਵੀ ਤੁਸੀਂ ਮਤਲਬ ਪੁਲਿਸ ਨੂੰ ਲਾ ਕੇ ਉਹਨਾਂ ਨੂੰ ਕੁੱਟਣ ਦਾ ਕੰਮ ਹੀ ਕਰਦੇ ਰਹੋ। ਨੌਕਰੀਆਂ ਦੇਣ ਦੀ ਨੀਤੀ ਵੱਲ ਸਰਕਾਰ ਨੂੰ ਮੋੜਨਾ ਹੀ ਪਏਗਾ। ਸਾਡੇ ਲੋਕਾਂ ਨੂੰ, ਵਿਦਿਆਰਥੀ ਨੌਜਵਾਨ ਜਥੇਬੰਦੀਆਂ ਲਗਾਤਾਰ ਆ ਇਹ ਕੰਮ ਕਰ ਰਹੀਆਂ। ਬਿਲਕੁਲ ਜੀ, ਆਨਲਾਈਨ ਐਜੂਕੇਸ਼ਨ ਨੂੰ ਲੈ ਕੇ, ਸਿੱਖਿਆ ਦੇ ਜੋ ਨਿੱਜੀਕਰਨ ਨੂੰ ਲੈ ਕੇ ਵਿੱਕੀ ਜੀ ਨੇ ਸਾਡੇ ਕੋਲੇ ਬਹੁਤ ਅਹਿਮ ਪੱਖ ਜਿਹੜੇ ਬਾਰੇ ਨੇ। ਉਮੀਦ ਕਰਦੇ ਹਾਂ ਕਿ ਇਸ ਇੰਟਰਵਿਊ ਨੂੰ ਦੇਖ ਰਹੇ ਸਾਰੇ ਹੀ ਦਰਸ਼ਕ ਇਹਨਾਂ ਸਾਰੇ ਪੱਖਾਂ ਤੇ ਵਿਚਾਰ ਕਰਨਗੇ, ਸੋਚਣਗੇ ਤੇ ਚੇਤਨ ਹੋਣਗੇ। ਸਾਡੇ ਨਾਲ ਗੱਲਬਾਤ ਕਰਨ ਲਈ ਆਜ਼ਾਦ ਟੀਵੀ ਨੂੰ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਹਾਡਾ ਵੀ ਧੰਨਵਾਦ ਮੀਨੂ ਜੀ ਤੇ ਇਸ ਚੈਨਲ ਦਾ, ਆਜ਼ਾਦ ਟੀਵੀ ਦਾ, ਜੋ ਸੱਚ ਦੀ ਆਵਾਜ਼ ਨੂੰ ਲੋਕਾਂ ਤੱਕ ਲਿਜਾ ਰਿਹਾ। ਇਸ ਉਮੀਦ ਨਾਲ ਤੁਹਾਡਾ ਧੰਨਵਾਦ ਕਿ ਇਹ ਗੱਲ ਆ ਜਿਹੜੀ ਲੋਕਾਂ ਤੱਕ ਜਾਵੇ ਤਾਂ ਕਿ ਵਿਦਿਆਰਥੀਆਂ ਦੇ ਜਿਹੜੇ ਫਿਊਚਰ ਨੂੰ ਆ ਉਹ ਬਚਾਇਆ ਜਾ ਸਕੇ। ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ।